ਚਾਨਣ ਦੀ ਪਗਡੰਡੀ ਗਲੋਬਲ ਟੈਲੀਕਾਸਟ ਟੀਵੀ ਦੇ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਚਾਨਣ ਦੀਆਂ ਪਗਡੰਡੀਆਂ ਐਵੇਂ ਹੀ ਨਹੀਂ ਬਣ ਜਾਂਦੀਆਂ। ਪੈਰ ਪੈਰ ਤੇ, ਮੋੜ ਮੋੜ ਤੇ ਜਾਗਰੂਕਤਾ ਦੇ ਦੀਵੇ ਜਗਾਉਣੇ ਪੈਂਦੇ ਨੇ। ਇਹ ਦੀਵੇ ਜਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਉਮਰ ਦਾ ਇੱਕ ਬਹੁਤ ਵੱਡਾ ਹਿੱਸਾ ਹਨੇਰਿਆਂ ਦੀਆਂ ਤਲਵਾਰਾਂ ਦੇ ਜ਼ਖਮਾਂ ਦੇ ਫੱਟ ਸਹਾਰਦਾ ਜਦੋਂ ਦੀਵਿਆਂ ਦਾ ਰੂਪ ਧਾਰਦਾ ਹੈ ਤਾਂ ਇੱਕ ਉਮਰ ਦਾ ਇੱਕ ਉਹ ਹਿੱਸਾ, ਸੰਘਰਸ਼ਮਈ ਹਿੱਸਾ, ਉਹਨਾਂ ਵਿੱਚ ਬੱਤੀਆਂ ਰੱਖਣ ਅਤੇ ਤੇਲ ਪਾਉਣ ਵਿੱਚ ਹੀ ਗੁਜ਼ਰ ਜਾਂਦਾ ਹੈ। ਤਾਂ ਫਿਰ ਕਿਤੇ ਜਾ ਕੇ ਆਉਣ ਵਾਲੀਆਂ ਨਸਲਾਂ ਲਈ ਚਾਨਣਾਂ ਦੀਆਂ ਪਗਡੰਡੀਆਂ ਤਿਆਰ ਹੁੰਦੀਆਂ ਨੇ। ਚਾਨਣ ਦੀਆਂ ਪਗਡੰਡੀਆਂ ਨੂੰ ਉਲੀਕਣ ਵਾਲੇ, ਉਹਨਾਂ ਨੂੰ ਪੱਧਰਾ ਕਰਨ ਵਾਲੇ, ਉਹਨਾਂ ਨੂੰ ਬਣਾਉਣ ਵਾਲੇ ਦੋਸਤੋ ਸਾਡੇ ਅੱਜ ਇਸ ਸਟੂਡੀਓ ਵਿੱਚ ਮੌਜੂਦ ਹਨ ਜਨਾਬ KL ਗਰਗ ਜੀ। ਢੇਰ ਸਾਰੀਆਂ ਕਿਤਾਬਾਂ ਲਿਖੀਆਂ ਇਹਨਾਂ ਨੇ। ਇਹ ਤਾਂ ਇਹ ਖੁਦ ਦੱਸਣਗੇ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਕਿਹੜੀਆਂ ਚਾਨਣ ਦੀਆਂ ਪਗਡੰਡੀਆਂ ਉਲੀਕੀਆਂ ਹਨ, ਕਿਹੜੀਆਂ ਦਿਸ਼ਾਵਾਂ ਨੂੰ ਲੈ ਕੇ ਇਹਨਾਂ ਨੇ ਕਿਸ ਦਿਸ਼ਾ ਵੱਲ ਸਫ਼ਰ ਕੀਤਾ ਹੈ। ਤੇ ਗਰਗ ਸਾਹਿਬ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬੁਲਾਉਣ ਲਈ ਬਹੁਤ ਸ਼ੁਕਰੀਆ। ਵਾਹ 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 ਵਾਹ। ਤੇ ਲਓ, ਅਸੀਂ ਅੱਜ ਤੁਹਾਡੀ ਮੁਲਾਕਾਤ ਗਰਗ ਸਾਹਿਬ ਨਾਲ ਕਰਾਵਾਂਗੇ, ਭਾਵ ਕਿ ਕ੍ਰਿਸ਼ਨ ਲਾਲ ਗਰਗ ਹੋਣਾ ਨਾਲ। ਗਰਗ ਸਾਹਿਬ, ਅੱਧੀ ਸਦੀ ਹੋਣ ਵਾਲੀ ਹੋਵੇਗੀ ਜਾਂ ਹੋ ਗਈ ਹੋਵੇਗੀ ਤੁਹਾਨੂੰ ਲਿਖਦਿਆਂ। ਮੈਂ ਉਦੋਂ, ਜਿੱਥੋਂ ਤੱਕ ਮੇਰੀ ਯਾਦ ਹੈ, ਮੈਂ ਮੋਗਾ ਹੀ ਸਾਂ ਜਦੋਂ ਤੁਹਾਡੀ ਪਹਿਲੀ ਕਿਤਾਬ ਕਹਾਣੀਆਂ ਦੀ ਵਾਟ 69 ਵਾਟ 69 ਰਿਲੀਜ਼ ਹੋਈ ਸੀ। ਕਹਾਣੀਆਂ ਤੇ ਨਾਵਲ ਦੇ ਲੇਖਕ ਵਜੋਂ ਹੀ ਮੈਂ ਤੁਹਾਨੂੰ ਜਾਣਦਾ ਸਾਂ, ਤੇ ਫਿਰ ਬਾਅਦ ਵਿੱਚ ਤੁਸੀਂ ਵਿਅੰਗ ਵੱਲ ਆਪਣਾ ਜਿਹੜਾ ਹੈ ਰਸਤਾ ਅਖਤਿਆਰ ਕਰ ਲਿਆ, ਜਾਂ ਮੈਂ ਕਹਿੰਦਾ ਕਿ ਅਪਣਾ ਲਿਆ। ਇਹ ਕੀ ਕਾਰਨ ਸਨ, ਕਿਹੜੀਆਂ ਪ੍ਰਸਥਿਤੀਆਂ ਸਨ ਕਿ ਤੁਸੀਂ ਕਹਾਣੀ ਅਤੇ ਨਾਵਲ ਦੀ ਵਿਧਾ ਤੋਂ ਹਟ ਕੇ, ਜਾਂ ਕਹਾਂਗਾ ਕਿ ਉਸ ਨੂੰ ਥੋੜਾ ਜਿਹਾ ਘਟਾ ਕੇ ਵਿਅੰਗ ਵੱਲ ਨੂੰ ਜ਼ਿਆਦਾ ਰੁਚਿਤ ਹੋਏ? ਇਸ ਦੀਆਂ ਕੁਝ ਤਾਂ ਲੋੜਾਂ ਹੋਣਗੀਆਂ, ਕੁਝ ਗੱਲਾਂ ਹੋਣਗੀਆਂ, ਕੁਝ ਹਾਲਾਤ ਹੋਣਗੇ। ਪਰਦੇਸੀ ਜੀ, ਤੁਸੀਂ ਤੇ ਬੜਾ ਗੰਭੀਰ ਔਰ ਲੰਬਾ ਸਵਾਲ ਕੀਤਾ। ਮੇਰਾ ਪਹਿਲਾ ਇਸ਼ਕ ਵੈਸੇ ਕਹਾਣੀ ਹੋਈ ਸੀ। ਸ਼ੁਰੂ ਤੋਂ ਮੇਰਾ ਜਿਹੜੀ ਬਣਤਰ ਹੈ, ਮੇਰੇ ਦਿਮਾਗੀ ਬਣਤਰ ਜਿਹੜੀ ਹੈਗੀ ਹੈ, ਉਸ ਢਾਂਚੇ 'ਚ ਕਹਾਣੀਆਂ ਹੀ ਫਿੱਟ ਹੁੰਦੀਆਂ ਸੀ। ਪਰ ਬਚਪਨ ਬਹੁਤ ਮੁਫਲਸੀ 'ਚ ਗੁਜ਼ਾਰਿਆ ਹੋਣ ਕਰਕੇ, ਬਹੁਤ ਤੰਗਦਸਤੀ 'ਚ ਔਰ ਬਹੁਤ ਜ਼ਾਲਮਾਨਾ ਤਰੀਕੇ ਦਾ ਬਚਪਨ ਸਮਝ ਲਓ, ਗਰੀਬੀ ਦੇ ਨਾਲ ਰੂਬਰੂ ਹੁੰਦਿਆਂ ਮੈਨੂੰ ਆਪਣੇ ਆਪ ਤੇ ਹੱਸਣ ਦੀ ਆਦਤ ਪੈ ਗਈ, ਔਰ ਇਹਦੇ ਚੋਂ ਹੀ ਦੂਜਿਆਂ ਤੇ ਵੀ ਹੱਸਣ ਦੀ ਆਦਤ ਪੈ ਗਈ। ਜਿਹੜਾ ਬੰਦਾ ਮੇਰੇ ਮਤਲਬ ਇਹ ਹਾਸ ਵਿਅੰਗ ਦੀ ਇੱਕ ਉਹ ਹੈ, ਖਸਲਤ ਹੈ ਕਿ ਜਿਹੜਾ ਬੰਦਾ ਆਪਣੇ ਆਪ ਤੇ ਹੱਸ ਨਹੀਂ ਸਕਦਾ, ਉਹ ਦੂਜਿਆਂ ਤੇ ਵੀ ਨਹੀਂ ਹੱਸ ਸਕਦਾ। ਤਾਂ ਉਹ ਜਿਹੜੀ ਇੱਕ ਛੁਪੀ ਹੋਈ ਚਿੰਨ੍ਹ ਸੀ, ਉਹ ਨਿਕਲਣ ਵਾਸਤੇ ਰਸਤਾ ਲੱਭਦੀ ਸੀ। ਰਸਤਾ ਫਿਰ ਮੈਨੂੰ ਇਉਂ ਲੱਭਿਆ ਕਿ ਉਰਦੂ ਦੇ ਸਮਰਾਟ ਵਿਅੰਗ ਲੇਖਕ ਕਨ੍ਹਈਆ ਲਾਲ ਕਪੂਰ ਸਾਡੇ ਮੋਗੇ ਪ੍ਰਿੰਸੀਪਲ ਰਿਟਾਇਰ ਹੋ ਕੇ, ਉਹਨਾਂ ਨੇ ਆਪਣਾ ਕੋਈ ਕਾਰੋਬਾਰ ਨਹੀਂ ਸੀ ਬਣਾਇਆ। ਉਹ ਕਿਰਾਏ ਤੇ ਮੇਰੇ ਮਹੱਲੇ 'ਚ ਹੀ ਰਹਿਣ ਲੱਗ ਗਏ। ਉਹਨਾਂ ਨਾਲ ਫਿਰ 2 ਸਾਲ ਮੈਂ ਇਹੀ ਗੱਲ ਪੁੱਛਣ ਵਾਲਾ ਸੀ, ਮੇਰਾ 2 ਸਾਲ ਉਹਨਾਂ ਨਾਲ ਬੜਾ ਡੂੰਘਾ ਰਿਸ਼ਤਾ ਰਿਹਾ। ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਆਖਰੀ ਦਿਨਾਂ 'ਚ। ਕੋਈ ਬਾਲ ਬੱਚਾ ਉਹਨਾਂ ਦਾ ਕੋਲ ਨਹੀਂ ਸੀ, ਇਕੱਲੇ ਦੋਨੋਂ ਮੀਆਂ ਬੀਬੀ ਰਹਿੰਦੇ ਸੀਗੇ ਉਹ। ਤੇ ਮੇਰਾ ਇੱਕ ਸਮਝ ਲਓ ਸਹਾਰੇ ਵਜੋਂ ਵੀ
ਤੇ ਇੱਕ ਦੋਸਤ ਦੇ ਵਜੋਂ ਵੀ ਮੈਂ ਉਹਨਾਂ ਦਾ ਸੰਗੀ ਸਾਥੀ 2 ਸਾਲ ਰਿਹਾ। ਉੱਥੋਂ ਫਿਰ ਜਿਹੜੀ ਉਹ ਦੂਜਿਆਂ ਤੇ ਹੱਸਣ ਤੇ ਆਪਣੇ ਆਪ ਤੇ ਹੱਸਣ ਦੀ ਜਿਹੜੀ ਇੱਕ ਖਸਲਤ ਬੰਦੇ ਮੇਰੇ ਮਨ ਦੇ ਵਿੱਚ ਛਿਪੀ ਹੋਈ ਸੀ, ਇੱਕ ਦਰਦ ਨੂੰ ਦਬਾਉਣ ਲਈ ਹਾਸਾ। ਹਾਂ, ਉਹ ਫਿਰ ਕਪੂਰ ਸਾਹਿਬ ਦੇ ਆਉਣ ਨਾਲ, ਉਹਨਾਂ ਦੇ ਸੰਗ ਮਾਪਣ ਨਾਲ, ਸੰਗ 'ਚ ਆਉਣ ਨਾਲ ਉਹਨੂੰ ਰਸਤਾ ਲੱਭ ਗਿਆ। ਤੇ ਫਿਰ ਮੈਨੂੰ 1-2 ਲੇਖ ਮੈਂ ਲਿਖ ਕੇ ਛਪਾਏ, ਉਹਨਾਂ ਦੀ ਚੰਗੀ ਤਾਰੀਫ ਹੋਈ ਤੇ ਮੈਨੂੰ ਲੱਗਿਆ ਵੀ ਇਸ ਫੀਲਡ 'ਚ ਵੀ ਮੈਂ ਕੰਮ ਕਰ ਸਕਦਾ। ਤੇ ਫਿਰ ਤੇ ਚੱਲ ਮੇਰਾ ਖਿਆਲ ਹੈ ਵੀ ਹੁਣ ਉਹ ਕਹਾਣੀ, ਨਾਵਲ ਤਾਂ ਮੈਂ ਲਿਖਦਾ, ਹੁਣ ਵੀ ਲਿਖਦਾ, ਪਰ ਬਹੁਤੀ ਜਿਹੜੀ ਜਗ੍ਹਾ ਹੈਗੀ ਮੇਰੇ ਦਿਮਾਗ ਦੀ ਉਹ ਵਿਅੰਗ ਨੇ ਮੱਲ ਲਈ, ਔਰ ਹੁਣ ਹੱਸਣ ਹਸਾਉਣ ਲਈ ਕੰਮ ਰਹਿ ਗਿਆ। ਤੇ ਇਹ ਹੈ ਸਾਰਾ ਮੇਰਾ ਸਿਲਸਿਲਾ। ਮੇਰਾ ਇੱਕ ਸ਼ੇਰ ਹੈ, ਮੇਰਾ ਖਿਆਲ ਉਹ ਤੁਹਾਡੇ ਇਹ ਖਿਆਲਾਂ ਦੀ ਤਰਜਮਾਨੀ ਕਰੇਗਾ। ਮੈਂ ਆਪਣੇ ਹਾਸਿਆਂ ਉੱਲੇ ਬੜੇ ਹੌਕੇ ਲੁਕਾਏ ਨੇ, ਵਾਹ ਵਾਹ। ਮੈਂ ਆਪਣੇ ਹਾਸਿਆਂ ਉੱਲੇ ਬੜੇ ਹੌਕੇ ਲੁਕਾਏ ਨੇ, ਕਲੇਜਾ ਮੂੰਹ ਨੂੰ ਆਉਂਦਾ ਏ ਜਦੋਂ ਹੌਕਾ ਭਰੇ। ਤੇ ਗਰਗ ਸਾਹਿਬ, ਤੁਸੀਂ ਇਹ ਦੱਸੋ ਕਿ ਹੁਣ ਤੱਕ ਤੁਸੀਂ ਕਿੰਨੀਆਂ ਪੁਸਤਕਾਂ ਲਿਖ ਚੁੱਕੇ ਹੋ? ਪੁਸਤਕਾਂ ਦਾ ਕੋਈ ਹੁਣ ਅੰਦਾਜ਼ਾ ਤੇ ਖਾਸ ਨਹੀਂ ਹੈਗਾ, ਪਰ ਮੇਰਾ ਖਿਆਲ ਹੈ ਕਿ ਜੇ ਸਾਰੇ ਵੰਨਗੀਆਂ ਰਲਾ ਲਈਏ, ਕਿਉਂਕਿ ਮੈਂ ਕਾਫੀ ਕੰਮ ਕੀਤਾ, ਅਨੁਵਾਦ ਦਾ ਕੰਮ ਬਹੁਤ ਕੀਤਾ ਜੀ, ਕਹਾਣੀਆਂ ਲਗਾਤਾਰ ਮੈਂ ਲਿਖਦਾ ਰਿਹਾ, ਨਾਵਲ ਹੁਣ ਲਗਾਤਾਰ ਮੈਂ ਲਿਖ ਰਿਹਾ, ਵਿਅੰਗ ਦੀਆਂ ਵੀ ਕਿਤਾਬਾਂ ਮਤਲਬ ਲਗਾਤਾਰ ਹੀ ਛਪ ਰਹੀਆਂ ਨੇ, ਕਿਉਂਕਿ ਉਹ ਮੇਰਾ ਇੱਕ ਕਾਲਮ ਸੀ ਅਜੀਤ 'ਚ ਚੱਲਦਾ, ਗਰਗਬਾਣੀ, ਉਹ 6-7 ਸਾਲ ਚਲਾਇਆ ਮੈਂ। ਉਹ ਬਹੁਤ ਸਾਰੇ ਲੇਖ ਉਹਦੇ ਨਾਲ ਕਿਤਾਬਾਂ ਦੇ ਰੂਪ 'ਚ, ਫਿਰ ਉਹ ਜਦੋਂ ਐਡਿਟ ਕੀਤੇ ਤੇ ਸਾਰੇ ਆ ਗਏ। ਕੁਛ ਫਿਰ ਮੈਂ ਐਡਿਟ ਕੀਤੀਆਂ ਕਿਤਾਬਾਂ ਹਾਸ ਵਿਅੰਗ ਦੀਆਂ 15-16, ਤਾਂ ਮਤਲਬ ਸਾਰੀਆਂ ਰਲਾ ਕੇ ਮੇਰਾ ਖਿਆਲ ਹੈ 70 ਕੁ ਦੇ ਕਰੀਬ ਕਿਤਾਬਾਂ ਹੋ ਜਾਣ ਸਾਰੀਆਂ। ਤੇ ਜੇ ਆਪਾਂ ਐਵਰੇਜ ਲਾਈਏ, ਮੇਰਾ ਕੋਈ 40 ਸਾਲ ਦਾ ਲਿਖਣ ਕਾਰਜ ਹੈ। 1975 'ਚ ਜਿਵੇਂ ਤੁਸੀਂ ਦੱਸਿਆ ਵਾਰਡ 69 ਨੂੰ 1975 'ਚ ਛਪੀ ਸੀ, ਤੇ ਹੁਣ ਮੇਰਾ ਖਿਆਲ ਹੁਣ 40ਵਾਂ ਸਾਲ, 39-40 ਸਾਲ ਹੋ ਗਏ ਮੈਨੂੰ ਲਗਾਤਾਰ ਲਿਖਦੇ ਨੂੰ। ਤੇ ਇੱਕ ਕ੍ਰੀਏਟਿਵ ਲੇਖਕ ਵਾਸਤੇ ਇੰਨੀਆਂ ਕਿਤਾਬਾਂ ਵੀ ਕੋਈ ਬਹੁਤੀਆਂ ਜ਼ਿਆਦਾ ਨਹੀਂ। ਜਦੋਂ ਮੈਂ ਦੂਜੇ ਲੇਖਕਾਂ ਦੀਆਂ ਦੇਖਦਾ, ਲਿਸਟ ਸੂਚੀ ਦੇਖਦਾ ਕਿਤਾਬਾਂ ਦੀ, ਤੇ 300 ਮਹਾਸ਼ਵੇਤਾ ਦੇਵੀ ਦੀਆਂ ਮਤਲਬ 250-300 ਕਿਤਾਬ ਛਪੀ ਹੋਈ ਹੈ। ਕਿੰਨਾ ਲਿਖਦੇ ਹੋਣਗੇ, ਕਿਸ ਤਰ੍ਹਾਂ ਸਾਰੇ ਵੇਰਵੇ ਇਕੱਠੇ ਕਰਦੇ ਹੋਣਗੇ, ਤੇ ਬੜੀ ਤਾਜਬ ਦੀ ਗੱਲ ਹੈ। ਬੜੀ ਵਧੀਆ ਗੱਲ ਹੈ ਗਰਗ ਸਾਹਿਬ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਲੇਖਕ ਇਹ ਕਹਿੰਦੇ ਸੁਣੀਂਦੇ ਹਨ ਆਮ ਕਰਕੇ ਕਿ ਲੇਖਕਾਂ ਨੂੰ ਪਿਆਰ ਮੁਹੱਬਤ ਦੀਆਂ ਕਹਾਣੀਆਂ ਜਾਂ ਕਵਿਤਾਵਾਂ ਵੱਲ ਰੁਚਿਤ ਨਹੀਂ ਹੋਣਾ ਚਾਹੀਦਾ, ਸਮਾਜਿਕ ਨਾ ਬਰਾਬਰੀ ਜਾਂ ਲੁੱਟ ਹੋ ਰਹੇ ਲੋਕਾਂ ਲਈ ਹੀ ਲਿਖਣਾ ਚਾਹੀਦਾ ਹੈ। ਕਿ ਪਿਆਰ ਮੁਹੱਬਤ ਦੇ ਰਿਸ਼ਤਿਆਂ ਦੀ ਲੁੱਟ ਘਸੁੱਟ ਤੇ ਕਤਲੋ ਗਾਰਦ ਸਮਾਜਿਕ ਨਾ ਬਰਾਬਰੀ ਦੀ ਦੇਣ ਨਹੀਂ? ਇਹਨਾਂ ਬਾਰੇ ਕਿਉਂ ਨਹੀਂ ਲਿਖਣਾ ਚਾਹੀਦਾ? ਦੇਖੋ, ਜ਼ਿੰਦਗੀ ਜਿਹੜੀ ਹੈ ਉਹ ਪਰਦੇਸੀ ਜੀ ਬੜੀ ਵਿਸ਼ਾਲ ਹੈ ਜੀ, ਬਹੁਤ ਵੱਡਾ ਕੈਨਵਸ ਹੈ ਜ਼ਿੰਦਗੀ ਦਾ। ਉਹਦੇ 'ਚ ਹਰ ਗੱਲ ਜਿਹੜੀ ਹੈਗੀ ਹੈ, ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ, ਦੇਖੋ ਰੋਟੀ ਰੋਜ਼ੀ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਪਿਆਰ ਮੁਹੱਬਤ ਜ਼ਰੂਰੀ ਹੈ, ਜਿੰਨਾ ਸੈਕਸ ਜ਼ਰੂਰੀ ਹੈ। ਸਾਰੀਆਂ ਚੀਜ਼ਾਂ ਦੀ ਆਪਣੀ ਆਪਣੀ ਮਹੱਤਤਾ ਹੈ, ਤੇ ਜੇ ਉਹਨਾਂ 'ਚ ਮਿਕਦਾਰ ਕਿਸੇ ਇੱਕ ਚੀਜ਼ ਦੀ ਮਿਕਦਾਰ ਵਧਾ ਦਈਏ ਤੇ ਉਹ ਕੋਝੀ ਲੱਗਣ ਲੱਗ ਜਾਂਦੀ ਹੈ। ਬਿਲਕੁਲ, ਆਪਾਂ ਨੂੰ ਸੰਤੁਲਿਤ ਜੀਵਨ ਦੇ ਵਿੱਚ ਹੀ ਰਹਿ ਕੇ, ਜਿਹੜਾ ਲੇਖਕ ਵੀ ਹੈਗਾ ਉਹਨੂੰ ਵੀ ਸੰਤੁਲਿਤ ਜੀਵਨ 'ਚ ਰਹਿ ਕੇ ਹੀ ਲਿਖਣ ਦਾ ਜੇਰਾ ਜਾਂ ਹਿੰਮਤ ਕਰਨੀ ਚਾਹੀਦੀ ਹੈ। ਮੈਂ ਸਮਝਦਾ ਵੀ ਇਹ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਨੇ। ਜੇ ਕਹਾਣੀ ਵੰਡ ਬਾਰੇ ਲੇਖਕ ਗੱਲ ਨਹੀਂ ਕਰਦਾ, ਮੈਂ ਸਮਝਦਾ ਉਹ ਆਪਣੇ ਆਮ ਆਦਮੀ ਦੇ ਦੁੱਖ ਸੁੱਖ ਦੀ ਗੱਲ ਨਹੀਂ ਕਰਦਾ, ਫਿਰ ਲੇਖਕ ਕਾਹਦਾ ਉਹ। ਤੇ ਜੇ ਜਿਵੇਂ ਹੁਣ ਮਨੋਵਿਗਿਆਨ, ਸੈਕਸ ਨਾਲ ਮਨੋਵਿਗਿਆਨ ਜੁੜ ਗਿਆ, ਬੰਦਾ ਜਿਹੜਾ ਹੈਗਾ ਬਾਹਰੋਂ ਬੜਾ ਸਾਫ ਸੁਥਰਾ ਦਿਖਦਾ, ਪਰ ਅੰਦਰੋਂ ਉਹਦੇ ਪਤਾ ਨਹੀਂ ਕਿੰਨੇ ਕੜਾਹੇ ਉਬਲਦੇ ਆ, ਉਹਨੂੰ ਵੀ ਫੜਨਾ ਜ਼ਰੂਰੀ ਹੈ। ਮਤਲਬ ਲੇਖਕ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਜ਼ਿੰਦਗੀ ਦੇ ਹਰ ਛਿਣ ਨੂੰ ਫੜਨ ਦੀ ਕੋਸ਼ਿਸ਼ ਕਰੇ, ਜਿਹੜਾ ਕਿ ਇਨਸਾਨੀਅਤ ਲਈ ਮਹੱਤਵਪੂਰਨ ਹੈ। ਤੇ ਜੇ ਅਸੀਂ ਉਹ ਫੜਦੇ ਰਹਿੰਦੇ ਹਾਂ, ਲਗਾਤਾਰ ਫੜਦੇ ਰਹਿੰਦੇ ਹਾਂ, ਤਾਂ ਮੈਂ ਸਮਝਦਾ ਇੱਕ ਲੇਖਕ ਦੇ ਨਾਤੇ
ਇੱਕ ਤੁਸੀਂ ਚੰਗਾ ਫਰਜ਼ ਵੀ ਅਦਾ ਕਰ ਰਹੇ ਹੋ, ਬਿਲਕੁਲ। ਇੱਕ ਲੇਖਕ ਹੋਣ ਦਾ ਦਾਇਤਵ ਵੀ ਨਿਭਾ ਰਹੇ ਹੋ, ਜ਼ਿੰਮੇਵਾਰੀ ਵੀ ਨਿਭਾ ਰਹੇ ਹੋ। ਮੈਂ ਇਹੀ ਕੁਝ ਕਰਦਾ। ਮੈਂ ਕਿਸੇ ਵਾਦ ਨਾਲ ਨਹੀਂ ਜੁੜਿਆ ਹੋਇਆ, ਪਰ ਮੈਂ ਆਮ ਬੰਦੇ ਨਾਲ ਤੇ ਦੁੱਖ ਸੁੱਖ ਨਾਲ ਵੀ ਜੁੜਿਆ ਹੋਇਆ। ਉਹ ਜਿਹੜਾ ਮੇਰਾ ਕਾਲਮ ਸੀ ਗਰਗਬਾਣੀ, ਉਹਦੇ 'ਚ ਮੈਂ ਆਮ ਬੰਦਿਆਂ ਦੀਆਂ ਗੱਲਾਂ ਕਰਦਾ ਸੀ, ਔਰ ਇਹੀ ਕਾਰਨ ਸੀ ਕਿ ਉਸ ਕਾਲਮ ਨੂੰ ਵੱਧ ਤੋਂ ਵੱਧ ਲੋਕਾਂ ਨੇ ਇੰਜੋਏ ਕੀਤਾ, ਵੱਧ ਤੋਂ ਵੱਧ ਲੋਕਾਂ ਨੇ ਪੜ੍ਹਿਆ। ਈਵਨ ਕਈ ਵਾਰੀ ਮੈਨੂੰ ਫੋਨ ਆਉਂਦੇ ਸੀਗੇ ਤੇ ਪਰਿਵਾਰ ਬੈਠ ਕੇ ਉਹ ਜਿਵੇਂ ਕਥਾ ਸੁਣੀ ਦੀ ਹੈ, ਇੰਝ ਉਹ ਲੇਖ ਨੂੰ ਸਾਰਾ ਪਰਿਵਾਰ ਪੜ੍ਹਦਾ ਸੀਗਾ। ਇਸ ਕਾਰਨ ਕਿਉਂਕਿ ਉਹਨਾਂ ਦਾ ਦੁੱਖ ਸੁੱਖ ਉਸ ਲੇਖ ਦੇ ਵਿੱਚ ਸ਼ਾਮਲ ਹੁੰਦਾ ਸੀ। ਬਹੁਤ ਵਧੀਆ। ਇੱਕ ਮੁਲਾਕਾਤ ਵਿੱਚ ਗਰਗ ਸਾਹਿਬ ਤੁਸੀਂ ਕਿਹਾ, ਮੈਂ ਉਹ ਸੁਣੀ ਸੀ ਸ਼ਾਇਦ, ਕਿ ਮੈਂ ਕਦੇ ਭਾਵੁਕ ਨਹੀਂ ਹੁੰਦਾ, ਤੇ ਇਹ ਵੀ ਕਿਹਾ ਕਿ ਮੈਂ ਜੇ ਕਿਸੇ ਬਹੁਤ ਨਜ਼ਦੀਕੀ ਦੀ ਮੌਤ ਹੋ ਜਾਂਦੀ ਹੈ ਤੇ ਕਦੀ ਰੋਂਦਾ ਵੀ ਨਹੀਂ, ਮੈਨੂੰ ਰੋਣ ਵੀ ਨਹੀਂ ਆਉਂਦਾ। ਔਰ ਮੈਂ ਇਹ ਸੋਚਦਾ ਕਿ ਜਿੰਨਾ ਚਿਰ ਲੇਖਕ ਭਾਵੁਕ ਨਹੀਂ ਹੁੰਦਾ, ਉਹ ਉਸ ਦੇ ਅੰਤਰੀਵੀ ਦਰਦ ਨੂੰ ਕਲਾਤਮਕ ਢੰਗ ਨਾਲ ਪੇਸ਼ ਕਿਵੇਂ ਕਰ ਸਕਦਾ? ਨਹੀਂ, ਦੇਖੋ ਤੁਸੀਂ ਕਿਉਂਕਿ ਪੋਇਟਰੀ ਨਾਲ ਸੰਬੰਧਿਤ ਹੋ, ਕਵਿਤਾ ਨਾਲ ਸੰਬੰਧਿਤ ਹੋ, ਹਾਂਜੀ, ਤੇ ਮੈਂ ਫਿਕਸ਼ਨ ਨਾਲ ਸੰਬੰਧਿਤ ਹਾਂ। ਹਾਂਜੀ। ਕਵਿਤਾ ਵਾਸਤੇ ਹੋ ਸਕਦਾ ਹੈ ਕਿ ਬੰਦਾ ਇਮੋਸ਼ਨਲ ਜਾਂ ਸੈਂਟੀਮੈਂਟਲ ਜਿਹੜਾ ਹੈਗਾ ਉਹ ਹੋਵੇ, ਹਾਂਜੀ, ਪਰ ਕਿਉਂਕਿ ਫਿਕਸ਼ਨ ਨੇ ਕਠੋਰ ਯਥਾਰਥ ਦੀ ਗੱਲ ਕਰਨੀ ਹੁੰਦੀ ਹੈ, ਔਰ ਮੈਂ ਅਸਲ 'ਚ ਬਚਪਨ ਤੋਂ ਹੀ ਮਤਲਬ ਬਹੁਤ ਜ਼ਿਆਦਾ ਘੋਰ ਗਰੀਬੀ ਹੋਣ ਕਰਕੇ ਨਾ ਪਰਿਵਾਰ 'ਚ, ਤੁਸੀਂ ਹੈਰਾਨ ਹੋਵੋਗੇ ਕਿ ਮਤਲਬ ਸਾਡੇ ਅਗਰਵਾਲ ਪਰਿਵਾਰਾਂ 'ਚ, ਹਿੰਦੂ ਪਰਿਵਾਰਾਂ 'ਚ ਇੰਨੀ ਗਰੀਬੀ ਮੈਂ ਤਾਂ ਸਮਝਦਾ ਵੀ ਦਲਿਤਾਂ ਦੇ ਘਰੇ ਵੀ ਨਹੀਂ ਹੋਣੀ ਜਿੰਨੀ ਸਾਡੇ ਸੀਗੀ। ਅਸੀਂ ਵੀ ਕਈ ਵਾਰੀ ਭੁੱਖੇ ਅਸਲ ਵਿੱਚ ਅਸੀਂ ਜਾਂ ਸਾਡੇ ਨਾਸ਼ਤਾ ਕੀਤੇ ਬਗੈਰ ਵੀ ਸਕੂਲ ਚਲੇ ਜਾਂਦੇ ਸੀ ਪਾਣੀ ਪੀ ਕੇ। ਦਲਿਤ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਹਾਂ, ਉਹ ਦਲਿਤ ਕੋਈ ਵੀ ਹੋ ਸਕਦਾ। ਹਾਂਜੀ। ਤੋ ਉਹ ਕਠੋਰ ਭੂਮੀ ਤੇ ਰਹਿਣ ਕਰਕੇ ਮੈਂ ਇੰਨਾ ਕਠੋਰ ਚਿੱਤ ਹੋ ਗਿਆ ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਗਰੀਬੀ ਦੀ ਜਲਾਲਤ ਗਲਾਜਤ ਦੇਖਦੇ ਲੋਕਾਂ ਦਾ ਵਤੀਰਾ ਦੇਖਦੇ ਚੰਗੇ ਰਿਸ਼ਤੇਦਾਰਾਂ ਦੀ ਅੱਖ ਦਾ ਫਰਕ। ਮੈਂ ਤੁਸੀਂ ਦੇਖੋ ਹੈਰਾਨ ਹੋ ਗਏ ਕਿ ਮੈਂ 5ਵੀਂ 6ਵੀਂ ਤੋਂ ਹੀ ਬੰਦੇ ਦੀ ਅੱਖ ਪਛਾਣਨ ਲੱਗ ਗਿਆ ਸੀ। ਵਾਹ। ਵੀ ਇਹ ਬੰਦਾ ਬੋਲਦਾ ਕਿਹੜੇ ਸਟੇਸ਼ਨ ਤੋਂ ਹੈ। ਉਹ ਇਸ ਕਠੋਰ ਭੂਮੀ ਤੇ ਖੜੇ ਹੋਣ ਕਰਕੇ ਮੈਂ ਕੋਈ ਬਹੁਤਾ ਭਾਵੁਕ ਨਹੀਂ ਹੁੰਦਾ। ਇਸੇ ਕਰਕੇ ਮੈਨੂੰ ਹੋ ਸਕਦਾ ਵੀ ਮੈਂ ਜਿਹੜਾ ਇਸ਼ਕ ਦੇ ਮਾੜੇ ਮੋਟੇ ਜੇ ਕੀਤੇ ਵੀ ਉਹਨਾਂ 'ਚ ਕੋਈ ਬਹੁਤਾ ਸਫਲ ਨਹੀਂ ਹੋਇਆ, ਕਿਉਂਕਿ ਮੈਂ ਭਾਵੁਕ ਨਹੀਂ ਸੀਗਾ, ਕਠੋਰ ਚਿੱਤ ਬੰਦਾ ਸੀਗਾ। ਉੱਥੇ ਉਹ ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਭਾਵੁਕ ਦੀਆਂ ਕਿ ਮੈਂ ਤੇਰੇ ਦੇ ਤਾਰੇ ਤੋੜ ਕੇ ਲਿਆਉਂਗਾ, ਮੈਂ ਫਲਾਣਾ ਕਰੂੰਗਾ, ਮੈਂ ਐਂ ਕਰੂੰਗਾ, ਉਹ ਗੱਲਾਂ ਮੈਨੂੰ ਨਹੀਂ ਸੀ ਆਉਂਦੀਆਂ। ਇਸੇ ਕਰਕੇ ਮੇਰਾ ਜ਼ਿੰਦਗੀ ਦਾ ਕੋਈ ਇਸ਼ਕ ਸਫਲ ਨਹੀਂ ਹੋਇਆ। ਉਹ ਕਾਰਨ ਇਹੀ ਸੀਗਾ ਕਿ ਮੈਂ ਬਹੁਤ ਸਿੱਧੀਆਂ ਜਿਹੀਆਂ ਗੱਲਾਂ ਕਰਨ ਵਾਲਾ ਸੀ, ਮੈਨੂੰ ਕੋਈ ਬਲ ਛਲ ਨਹੀਂ ਸੀ ਆਉਂਦਾ, ਕੋਈ ਇਸ ਤਰ੍ਹਾਂ ਦੇ ਬਲ ਪ੍ਰੇਮ ਨਹੀਂ ਸੀ ਆਉਂਦੇ, ਤੇ ਮੌਜੀ ਸੀ ਮੈਂ, ਮਸਤ ਮੌਲਾ ਕਿਸਮ ਦਾ ਬੰਦਾ। ਤਾਂ ਇਸ ਕਰਕੇ ਮੈਨੂੰ ਇਹ ਮੱਛੀ ਦੇ ਖਾ ਲਈ ਨਹੀਂ ਤੇ ਨਾ ਸਹੀ। ਹਾਂ, ਇਸ ਕਰਕੇ ਫਿਰ ਜਦੋਂ ਮੈਂ ਫਿਕਸ਼ਨ ਲਿਖਣ ਲੱਗਾ ਉਹਦੇ 'ਚ ਫਿਰ ਭਾਵੁਕਤਾ ਦੀ ਤਾਂ ਕੋਈ ਗੱਲ ਨਹੀਂ ਹੁੰਦੀ, ਠੋਸ ਗੱਲ ਕਰਨੀ ਹੁੰਦੀ ਹੈ। ਤੁਸੀਂ ਕੌੜੇ ਯਥਾਰਥ ਦੀ ਗੱਲ ਕਰਨੀ ਹੁੰਦੀ ਹੈ। ਕੌੜਾ ਯਥਾਰਥ ਜਿਹੜਾ ਹੈਗਾ ਉਹਦੇ 'ਚ ਜਿਹੜਾ ਇਮੋਸ਼ਨਲਿਜ਼ਮ ਹੈ ਉਹ ਕੋਈ ਬਹੁਤਾ ਪਲੇ ਨਹੀਂ ਕਰਦਾ ਕੁਛ। ਗਰਗ ਸਾਹਿਬ, ਤੁਹਾਡਾ ਇੱਕ ਨਾਵਲ ਬੜਾ ਚਰਚਿਤ ਹੋਇਆ ਸੀ, ਦਰ ਅਸਲ। ਇਹ ਇੱਕ ਸਿਰਮੌਰ ਲੇਖਕ ਦੇ ਦੂਰੇ ਕਿਰਦਾਰ ਬਾਰੇ, ਉਸ ਦੇ ਦੂਰੇ ਕਿਰਦਾਰ ਨੂੰ ਬਿਆਨ ਦਾ ਨਾਵਲ ਸੀ। ਉਹਨਾਂ ਦਿਨਾਂ ਵਿੱਚ ਸਾਹਿਤਕ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ਤੇ ਰਹੀ ਕਿ ਉਹ ਲੇਖਕ ਸਾਹਿਬ ਤੁਹਾਡੇ ਘਰ ਆਏ ਇਹ ਕਹਿਣ ਲਈ ਕਿ ਇਹ ਨਾਵਲ ਨਾ ਲਿਖੋ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ 'ਚ ਕਿੰਨੀ ਨਹੀਂ, ਉਹ ਕੋਈ ਇਸ ਤਰ੍ਹਾਂ ਦੀ ਨਹੀਂ ਸੀ ਕੁਛ ਗੱਲ। ਜੇ ਤੁਸੀਂ ਉਸ ਨਾਵਲ ਨੂੰ ਹੁਣ ਵੀ ਪੜ੍ਹੋ, ਮੈਂ ਉਹਦੇ 'ਚ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਲੇਖਕ ਜਿਹੜਾ ਹੈਗਾ, ਜਿਹੜਾ ਕੁਛ ਉਹ ਸੋਚਦਾ ਹੈ, ਜਿਹੜਾ ਕੁਛ ਉਹ ਸੋਚ ਤੇ ਪਹਿਰਾ ਦਿੰਦਾ ਹੈ, ਉਹੀ ਜ਼ਿੰਦਗੀ 'ਚ ਵੀ ਹੋਣਾ ਚਾਹੀਦਾ। ਜਿਹੜਾ ਕੁਛ ਉਹ ਲਿਖਤ 'ਚ ਹੈ ਉਹ ਜ਼ਿੰਦਗੀ 'ਚ ਵੀ ਹੋਣਾ ਚਾਹੀਦਾ। ਦੋਗਲਾ ਕਿਰਦਾਰ ਜਿਹੜਾ ਹੈਗਾ ਵੀ ਅਸੀਂ ਲਿਖਦੇ ਕੁਛ ਹਾਂ, ਅਸੀਂ ਪ੍ਰਚਾਰ ਦੇ ਕੁਛ ਹਾਂ, ਤੇ ਜ਼ਿੰਦਗੀ 'ਚ ਅਸਲ 'ਚ ਕੁਛ ਹੋਰ ਹੁੰਦੇ, ਤਾਂ ਉਹ ਸੀ ਗੱਲ। ਔਰ ਇੱਕ ਉਹ ਇਕੱਲੇ ਇੱਕ ਲੇਖਕ ਦਾ ਦਰਦ ਨਹੀਂ ਸੀਗਾ, ਉਹ ਉਸ ਹਰ ਇੱਕ ਲੇਖਕ ਦਾ ਦਰਦ ਸੀ ਜਿਹੜਾ ਦੋਗਲੀ ਜ਼ਿੰਦਗੀ ਜਿਉ ਰਿਹਾ ਔਰ ਉਹਦੀ ਤਰਾਸਦੀ ਭੋਗ ਰਿਹਾ। ਉਹ ਬੰਦਾ, ਕੋਈ ਵੀ ਬੰਦਾ
ਜਦੋਂ ਕੋਈ ਇੱਕ ਚੇਤਨ ਬੰਦਾ ਜਿਹੜਾ ਹੈਗਾ, ਲੇਖਕ ਚੇਤਨ ਹੈ, ਕੌਨਸ਼ੀਅਸ ਹੈ ਸਮਾਜ ਬਾਰੇ, ਸਮਾਜ ਦੀ ਬਣਤਰ ਬਾਰੇ ਕੋਸ਼ਿਸ਼ ਚੇਤਨ ਹੈ, ਉਹ ਜਦੋਂ ਕੋਈ ਆਪਣੇ ਵਿਚਾਰਾਂ ਦੇ ਉਲਟ ਗੱਲ ਕਰਦਾ ਹੈ, ਹਾਂਜੀ, ਤਾਂ ਉਹਦਾ ਜਿਹੜਾ ਅੰਦਰ ਹੈ ਉਹ ਪਚਦਾ, ਅੰਦਰ ਉਹਨੂੰ ਲੱਖ ਲਾਹਨਤ ਦਿੰਦਾ, ਔਰ ਉਹਦੀ ਫਿਰ ਜਿਹੜੀ ਪਰਸਨੈਲਿਟੀ ਆ ਉਹ ਡਿਵਾਈਡ ਹੁੰਦੀ ਹੈ। ਪਰਸਨੈਲਿਟੀ ਦੋ ਪਾਰਟ ਹੁੰਦੀ ਹੈ, ਉਹਦਾ ਮੈਂ ਤੇ ਮੈਂ ਦਾ ਚੱਕਰ ਚੱਲਦਾ। ਫਿਰ ਜਿਹੜੀ ਬਾਹਰਲੀ ਮੈਂ, ਉਹ ਅੰਦਰਲੀ ਮੈਂ ਨੂੰ ਕੁਛ ਕਹਿੰਦੀ ਹੈ, ਅੰਦਰਲੀ ਮੈਂ ਬਾਹਰ ਨੂੰ ਕੁਛ ਕਹਿੰਦੀ ਹੈ। ਉਹ ਬਾਹਰਲਾ ਕਹਿੰਦਾ ਵੀ ਤੂੰ ਯਾਰ ਸੋਚਦਾ ਕੁਛ ਹੈ, ਕਰਦਾ ਕੁਛ ਹੈ, ਲਿਖਦਾ ਕੁਛ ਹੈ, ਤੇ ਮੈਨੂੰ ਕੁਛ ਕਰਨ ਨੂੰ ਕਹਿਣਾ। ਤਾਂ ਮਤਲਬ ਇਸ ਮੈਂ ਉਹ ਫਿਰ ਇੱਕ ਜਨਰਲ ਇੱਕ ਇਕੱਲੇ ਇੱਕ ਲੇਖਕ ਨਾਲ ਸੰਬੰਧਿਤ ਨਹੀਂ ਸੀ। ਉਹ ਹਰ ਇੱਕ ਉਸ ਲੇਖਕ ਨਾਲ ਸੰਬੰਧਿਤ ਹੈ ਜਿਹੜਾ ਸੋਚਦਾ ਕੁਛ ਹੈ, ਲਿਖਦਾ ਕੁਛ ਹੈ, ਕਰਦਾ ਕੁਛ ਹੈ, ਆਪਣੀ ਜ਼ਿੰਦਗੀ 'ਚ ਕੁਛ ਕਢਾਉਂਦਾ। ਤਾਂ ਉਹ ਮਤਲਬ ਕੋਈ ਇਹੋ ਜਿਹਾ ਕੁਛ ਨਹੀਂ ਸੀਗਾ ਵੀ ਆਉਣ ਜਾਣ ਦਾ ਜਾਂ ਕੋਈ ਹੋਰ ਜਨਰਲ ਜੀ ਗੱਲ ਸੀਗੀ, ਜਿਹੜੀ ਕਿ ਸਾਹਿਤਕ ਹਲਕਿਆਂ 'ਚ, ਕਿਉਂਕਿ ਉਹ ਪਹਿਲੀ ਕਿਸਮ ਦੀ ਗੱਲ ਸੀਗੀ, ਪਹਿਲੀ ਵਾਰੀ ਕੀਤੀ ਗਈ ਸੀ, ਇਸ ਕਰਕੇ ਲੋਕਾਂ ਨੂੰ ਚੰਗੀ ਲੱਗੀ ਸੀ ਤੇ ਚਰਚਾ ਵੀ ਉਸਦੀ ਚਰਚਾ ਵੀ ਹੋਈ। ਗਰਗ ਸਾਹਿਬ, ਤੁਹਾਡੇ ਲਿਖਣ ਦੇ ਸਫ਼ਰ ਦੌਰਾਨ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਾਜਨੀਤਿਕ ਲਹਿਰਾਂ ਜਾਂ ਸਮਾਜਿਕ ਯੁੱਗ ਪਲਟਾਊ ਲਹਿਰਾਂ, ਜਿਨ੍ਹਾਂ ਨੂੰ ਕਹਿ ਦਿਆਂਗੇ ਆਪਾਂ, ਚੱਲੀਆਂ। ਯੁੱਗ ਤਾਂ ਨਹੀਂ ਪਲਟਿਆ, ਪਰ ਲੇਖਕ ਜ਼ਰੂਰ ਪਲਟ ਗਏ ਉਹਨਾਂ ਵੇਲਿਆਂ ਦੇ। ਜਿਵੇਂ ਇੱਕ ਤੋਂ ਬਾਅਦ ਦੂਜੀ ਲਹਿਰ ਚੱਲੀ ਤੇ ਲੇਖਕ ਇੱਕ ਲਹਿਰ ਨੂੰ ਛੱਡ ਕੇ ਦੂਜੀ ਲਹਿਰ ਨਾਲ ਜੁੜਦੇ ਚਲੇ ਗਏ। ਇਸ ਨਾਲ ਸਾਹਿਤ ਨੂੰ ਕੀ ਲਾਭ ਹੋਇਆ, ਕੀ ਨੁਕਸਾਨ ਹੋਇਆ? ਜਿਹੜਾ ਦੇਖੋ ਲਹਿਰਾਂ ਨਾਲ ਜੁੜਿਆ ਹੋਇਆ ਸਾਹਿਤ ਹੈ ਨਾ ਪਰਦੇਸੀ ਜੀ, ਉਹ ਜਿਵੇਂ ਫੂਸ ਨੂੰ ਅੱਗ ਲਾ ਦਈਏ ਨਾ, ਹਾਂਜੀ, ਹਲਕੇ ਜੇ ਫੂਸ ਨੂੰ ਅੱਗ ਲਾ ਦਈਏ ਤੇ ਉਹ ਚੋਂ ਭਾਂਪੜ ਜਾ ਇੱਕ ਵਾਰੀ ਨਿਕਲਦਾ ਤੇ ਮੁੜ ਕੇ ਫੁੱਸ ਹੋ ਜਾਂਦਾ। ਲਹਿਰਾਂ ਨਾਲ ਜੁੜਿਆ ਹੋਇਆ ਸਾਹਿਤ ਜਿਹੜਾ ਹੈਗਾ, ਉਹ ਇੱਕ ਵਾਰੀ ਫੂਸ ਵਾਂਗੂ ਅੱਗ ਦੀ ਚਿੰਗਾਰੀ ਉਹ ਚੋਂ ਨਿਕਲਦੀ ਹੈ, ਮੁੜ ਕੇ ਉਹ ਢਹਿ ਢੇਰੀ ਹੋ ਜਾਂਦਾ। ਸੋ ਮੈਂ ਸਮਝਦਾ ਕਿ ਲਹਿਰਾਂ ਨਾਲ ਜੁੜਿਆ ਹੋਇਆ ਸਾਹਿਤ ਜਿਹੜਾ ਹੈਗਾ ਸਦੀਵੀ ਨਹੀਂ ਹੁੰਦਾ। ਹੋ ਸਕਦਾ ਉਹਦੇ ਚੋਂ ਕੁਛ ਹਿੱਸਾ ਸਾਹਿਤ ਦਾ ਚੰਗਾ ਨਿਕਲ ਜਾਂਦਾ ਹੋਵੇ, ਪਰ ਉਹ ਬਹੁਤੀ ਫਿਰ ਲਕੀਰ ਤੇ ਫਕੀਰ ਵਾਲੀ ਗੱਲ ਹੀ ਹੁੰਦੀ ਹੈ, ਲਕੀਰ ਕੱਟਣ ਵਾਲੀ ਗੱਲ ਹੀ ਹੁੰਦੀ ਹੈ। ਇੱਕ ਦੂਜੇ ਨੂੰ ਦੇਖਾ ਦੇਖੀ ਕਰੀ ਜਾਂਦੇ ਆ, ਉਹ ਇੱਕ ਫੈਸ਼ਨ ਵੀ ਬਣਾ ਲੈਂਦੇ ਆ। ਫਿਰ ਉਸ ਵੇਲੇ ਲਹਿਰ ਵੇਲੇ ਹਰ ਬੰਦਾ ਹੀ ਉਸ ਗੱਲ ਤੇ ਲਿਖਣ ਲੱਗ ਜਾਂਦਾ। ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਮੈਂ ਇਨਸਾਨੀ ਕਦਰਾਂ ਕੀਮਤਾਂ ਬਾਰੇ ਗੱਲ ਲਿਖਾਂ। ਹੁਣ ਵੀ ਮੈਂ ਜੇ ਕੋਈ ਕਹਾਣੀ ਮੈਂ ਲਿਖਦਾ ਤਾਂ ਉਹਦੇ 'ਚ ਕੋਈ ਇਹੋ ਜਿਹੀ ਮੂਮੈਂਟ ਹੀ ਫੜਦਾ ਜਿਹਦੇ 'ਚ ਮਤਲਬ ਇਨਸਾਨੀ ਕਦਰਾਂ ਕੀਮਤਾਂ ਦੀ ਗੱਲ ਚੱਲਦੀ ਹੋਵੇ। ਮੈਂ ਕਿਸੇ ਨਾਲ ਲਹਿਰ ਨਾਲ ਨਹੀਂ ਜੁੜਿਆ, ਕਿਸੇ ਲਹਿਰ ਨਾਲ ਜੁੜ ਕੇ ਮੈਂ ਕੋਈ ਕਹਾਣੀ ਨਹੀਂ ਲਿਖੀ, ਕੋਈ ਵਿਅੰਗ ਨਹੀਂ ਲਿਖਿਆ, ਕੋਈ ਨਾਵਲ ਨਹੀਂ ਲਿਖਿਆ। ਤੁਹਾਨੂੰ ਕਿਸੇ ਲਹਿਰ ਨੇ ਪ੍ਰਭਾਵਿਤ ਨਹੀਂ ਕੀਤਾ? ਨਾ, ਮੈਨੂੰ ਕਿਸੇ ਲਹਿਰ ਨੇ ਪ੍ਰਭਾਵਿਤ ਕੀਤਾ, ਕਿਉਂਕਿ ਮੇਰਾ ਨਜ਼ਰੀਆ ਹੀ ਹੋਰ ਤਰ੍ਹਾਂ ਦਾ ਸੀਗਾ। ਮੈਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ, ਦੇਖੋ ਗੱਲ ਬੜੀ ਸਿੱਧੀ ਹੈ ਕਿ ਮਾਰ ਧਾੜ ਤੇ ਸਾਡੀ ਜਾਤ ਨੂੰ ਵੈਸੇ ਹੀ ਪਸੰਦ ਨਹੀਂ ਹੈ। ਜਾਤ ਤਾਂ ਵੈਸੇ ਨਹੀਂ ਹੁੰਦੀ ਲੇਖਕ ਦੀ, ਇੱਕ ਜ਼ਹਿਨੀਅਤ ਤੇ ਬਣ ਜਾਂਦੀ ਹੈ ਬੰਦੇ ਦੀ। ਉਹ ਮਾਰ ਧਾੜ ਵਾਲੀ ਤੇ ਸਾਨੂੰ ਵੈਸੇ ਸੂਟ ਨਹੀਂ ਕਰਦੀ। ਤੇ ਜੇ ਅਸੀਂ ਚਾਹੀਏ ਵੀ ਜੇ ਹਿੰਮਤ ਕਰਕੇ ਵੀ ਜੇ ਅਸੀਂ ਕੋਈ ਰਾਈਫਲ ਫੜ ਕੇ ਲੜਨ ਵਾਲੀ ਗੱਲ ਕਰੀਏ ਜਾਂ ਕੋਈ ਹੋਰ ਕਰੀਏ, ਉਹ ਸਾਤੋਂ ਨਹੀਂ ਹੋ ਸਕਦੀ। ਤਾਂ ਮਤਲਬ ਮੈਂ ਤੇ ਇਨਸਾਨੀ ਕਦਰਾਂ ਕੀਮਤਾਂ ਵਾਲੀਆਂ ਜਿਹੜੀਆਂ ਗੱਲਾਂ ਨੇ, ਜਿਹੜੇ ਸਦੀਵੀ ਸੱਚ ਨਾਲ ਜੁੜ ਸਕਦੀਆਂ ਨੇ, ਉਹਨਾਂ ਦੀ ਗੱਲ ਕਰਨ ਦੀ ਜ਼ਿਆਦਾ ਪਸੰਦ ਕਰਦਾ। ਲਹਿਰਾਂ ਨਾਲ ਜੁੜਨ ਨਾਲੋਂ ਉਹ ਗੱਲ ਜ਼ਿਆਦਾ ਸਦੀਵੀ ਹੁੰਦੀ ਹੈ, ਸਾਹਿਤ 'ਚ ਵੀ ਤੇ ਜ਼ਿੰਦਗੀ 'ਚ ਵੀ। ਵੈਸੇ ਤਾਂ ਲੇਖਕ ਆਪਣੀ ਹਰ ਰਚਨਾ ਨੂੰ ਆਪਣੀ ਸੰਤੁਸ਼ਟੀ ਹੋਣ ਤੋਂ ਬਾਅਦ ਹੀ ਛਪਣ ਲਈ ਭੇਜਦਾ ਹੈ, ਪਰ ਤੁਸੀਂ ਕੋਈ ਅਜਿਹੀ ਰਚਨਾ ਬਾਰੇ ਦੱਸੋ ਜਿਸ ਤੋਂ ਤੁਸੀਂ ਬੇਹੱਦ ਸੰਤੁਸ਼ਟ ਹੋਏ? ਦੇਖੋ, ਸੰਤੁਸ਼ਟ ਹੋ ਕੇ ਬਹਿ ਜਾਣਾ ਤਾਂ ਵੈਸੇ ਵੀ ਲੇਖਕ ਲਈ ਖਤਰਨਾਕ ਹੁੰਦਾ, ਕਿਉਂਕਿ ਫਿਰ ਉਹ ਜੇ ਇੱਕ ਵਾਰੀ ਸੰਤੁਸ਼ਟ ਹੋ ਜਾਂਦਾ, ਇੱਕ ਵਾਰੀ ਬੰਦਾ ਰੱਜ ਜੇ ਤਾਂ ਉਹਨੂੰ ਕਾਫੀ ਦੇਰ ਕੋ ਖਾਣ ਦੀ ਲੋੜ ਨਹੀਂ ਪੈ ਰਹਿੰਦੀ, ਕਾਫੀ ਦੇਰ ਖਾਣ ਦੀ ਕੋਈ ਚਾਹਤ ਨਹੀਂ ਮਨ 'ਚ ਰਹਿੰਦੀ। ਪਰ ਲਗਾਤਾਰ ਲਿਖਦੇ ਰਹਿਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਤੇ ਕਰਦਾ ਹੀ ਰਹਿਣਾ ਚਾਹੀਦਾ। ਤਾਂ ਇਸ ਕਰਕੇ ਵੀ ਮੈਂ ਸਮਝਦਾ ਕਿ ਇੱਕ ਕਹਾਣੀ ਸੀ ਮੇਰੀ ਸ਼ਹੀਦ ਕਹਾਣੀ ਬਾਰੇ ਮੈਂ ਬਹੁਤ ਜ਼ਿਆਦਾ ਸੋਚਿਆ। ਸ਼ਹੀਦ ਪ੍ਰਤੀ ਜਿਹੜਾ ਸਾਡਾ ਨਜ਼ਰੀਆ ਸੀਗਾ, ਹਾਂਜੀ,
ਉਹਦੀ ਮੈਂ ਐਕਸਟੈਂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਸ ਕਹਾਣੀ 'ਚ ਕਿ ਸ਼ਹੀਦ ਜਿਹੜਾ ਹੈਗਾ ਉਹ ਇੱਕ ਖਾਸ ਇਲਾਕੇ ਦਾ, ਇੱਕ ਖਾਸ ਮਜ਼ਹਬ ਦਾ, ਇੱਕ ਖਾਸ ਤਬਕੇ ਦਾ ਸ਼ਹੀਦ ਨਹੀਂ ਹੋ ਸਕਦਾ। ਸ਼ਹੀਦ ਉਹੀ ਹੋਊਗਾ ਜਿਹੜਾ ਸਾਰੀ ਦੁਨੀਆ ਦੀ ਗੈਲਰੀ 'ਚ ਉਹਦੀ ਫੋਟੋ ਲੱਗਦੀ ਹੋਵੇ। ਬਿਲਕੁਲ। ਸ਼ਹੀਦ ਵਾਸਤੇ ਜ਼ਰੂਰੀ ਹੈ ਕਿ ਉਹ ਭੁੱਖ ਤੇ ਗਰੀਬੀ ਦੇ ਖਿਲਾਫ ਜਿਹਾਦ ਕਰੇ। ਉਹੀ ਮੇਰੇ ਅਰਥਾਂ 'ਚ, ਮੇਰੀ ਕਹਾਣੀ ਦੇ ਅਰਥਾਂ 'ਚ ਮੈਂ ਸ਼ਹੀਦ ਦੀ ਇਹੀ ਪਰਿਭਾਸ਼ਾ ਕੀਤੀ ਸੀ ਕਿ ਉਹ ਬੰਦਾ ਜਿਹੜਾ ਦੁਨੀਆ ਦੀ ਭੁੱਖ ਗਰੀਬੀ ਦੇ ਖਿਲਾਫ ਲੜੂਗਾ, ਭੁੱਖ ਤੇ ਗਰੀਬੀ ਤੇ ਬਿਮਾਰੀ ਦੇ ਖਿਲਾਫ ਲੜੂਗਾ, ਉਹ ਵੱਡਾ ਸ਼ਹੀਦ ਹੋਊਗਾ। ਉਸ ਸ਼ਹੀਦ ਦੀ ਅਸੀਂ ਹਾਲੇ ਵੀ ਉਡੀਕ ਕਰ ਰਹੇ ਹਾਂ। ਦੁਨੀਆ ਹਾਲੇ ਵੀ ਉਡੀਕ ਕਰਦੀ ਹੈ ਕਿ ਇਹੋ ਜਿਹਾ ਸ਼ਹੀਦ ਕੋਈ ਪੈਦਾ ਹੋਵੇ ਜਿਹੜਾ ਸਾਰੀ ਦੁਨੀਆ ਦੀ ਗੁਰਬਤ ਦੇ ਖਿਲਾਫ, ਸਾਰੀ ਦੁਨੀਆ ਦੀ ਬਿਮਾਰੀ ਦੇ ਖਿਲਾਫ, ਸਾਰੀ ਦੁਨੀਆ ਦੀ ਭੁੱਖ ਦੇ ਖਿਲਾਫ ਆਪਣਾ ਜਿਹਾਦ ਛੇੜੇ, ਆਪਣੀ ਲੜਾਈ ਛੇੜੇ। ਸੋ ਇਹੋ ਜਿਹੇ ਉਹ ਫਿਰ ਮੈਂ ਉਸ 'ਚ ਇੱਕ ਥੀਸਿਸ ਸਮਝ ਲਓ, ਇੱਕ ਪੁੱਟ ਕੀਤਾ ਸੀਗਾ ਕਹਾਣੀ 'ਚ, ਸ਼ਹੀਦ 'ਚ। ਉਸ ਕਹਾਣੀ 'ਤੇ ਫਿਰ ਅਮਰਤਾ ਪ੍ਰੀਤਮ ਹੋਰਾਂ ਨੇ ਉਹ ਛਾਪੀ ਸੀ ਨਾਗਮਣੀ 'ਚ, 1984 ਦੀ ਗੱਲ ਹੈ ਸ਼ਾਇਦ ਇਹ, ਜਦੋਂ ਇੱਥੇ ਬਹੁਤ ਗੁਰਦੁਆਰੇ ਹੋ ਰਹੇ ਸੀ, ਉਦੋਂ ਹੀ ਛਪੀ ਸੀ ਉਹ ਕਹਾਣੀ। ਉਦੋਂ ਹੀ ਛਪੀ ਸੀ ਉਹ ਕਹਾਣੀ ਜਦੋਂ ਅਸੀਂ ਹਰ ਬੰਦੇ ਨੂੰ ਸ਼ਹੀਦ ਕਹਿਣ ਲੱਗੇ ਸੀਗੇ। ਜਿਹਨੇ ਛੋਟਾ ਮੋਟਾ ਵੀ ਕਾਰਨਾਮਾ ਕੀਤਾ ਉਹਨੂੰ ਸ਼ਹੀਦ ਕਹਿਤਾ, ਜਿਹਨੇ 10 ਬੰਦੇ ਬੱਸ ਚੋਂ ਲਾ ਕੇ ਮਾਰਤੇ ਉਹਨੂੰ ਵੀ ਸ਼ਹੀਦ ਕਹਿਤਾ, ਜਿਹਨੇ ਕੋਈ 2 ਪਰੜੀਆਂ ਉਡਾਤੀਆਂ ਉਹਨੂੰ ਵੀ ਸ਼ਹੀਦ ਕਹਿਤਾ। ਮਤਲਬ ਇਸ ਤਰ੍ਹਾਂ ਦੀ ਜਿਹੜੀ ਹੋਛੀ ਸ਼ਹੀਦ ਦੀ ਪਰਿਭਾਸ਼ਾ ਸੀਗੀ, ਉਹਦੇ ਬਾਰੇ ਮੈਂ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਸ਼ਹੀਦ ਦਾ ਕੁਝ ਲੋਕਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਦਿੱਤਾ ਗਿਆ। ਜਿੰਦਾ ਦਾ ਖਿਤਾਬ ਦਾ ਵੀ ਸ਼ਹੀਦ ਅਸਲ ਉਹ ਹੋਊਗਾ ਜਿਹੜਾ ਸਾਰੀ ਦੁਨੀਆ ਦੀ ਲੜਾਈ ਲੜੇ। ਔਰ ਸਾਰੀ ਦੁਨੀਆ ਦੀ ਲੜਾਈ ਜਿਹੜੀ ਹੈਗੀ ਅੱਜ ਵੀ ਉਹ ਭੁੱਖ ਨੰਗ ਦੀ ਲੜਾਈ ਹੈ, ਉਹ ਗਰੀਬੀ ਦੀ ਲੜਾਈ ਹੈ, ਉਹ ਬਿਮਾਰੀ ਦੀ ਲੜਾਈ ਹੈ। ਗਰਗ ਸਾਹਿਬ, ਜਦੋਂ ਅਸੀਂ ਲਿਖਦੇ ਹਾਂ ਤੇ ਪੜ੍ਹਦੇ ਵੀ ਹਾਂ, ਕਿਉਂਕਿ ਹਰ ਲੇਖਕ ਬਹੁਤ ਕੁਝ ਪੜ੍ਹਦਾ ਆ ਉਹਨੂੰ ਗ੍ਰਹਿਣ ਕਰਨ ਲਈ, ਕਹਾਣੀ, ਨਾਵਲ ਅਤੇ ਵਿਅੰਗ ਦੇ ਖੇਤਰ ਵਿੱਚ ਤੁਹਾਨੂੰ ਕਿੰਨਾ ਲੇਖਕਾਂ ਨੇ ਪ੍ਰਭਾਵਿਤ ਕੀਤਾ ਜਾਂ ਅੱਛੇ ਲੱਗੇ? ਇਹ ਗੱਲ ਕਹਿਣੀ ਬੜੀ ਔਖੀ ਹੈ। ਵੀ ਇੱਕ ਖਾਸ ਲੇਖਕ ਨੇ ਕੋਈ ਪ੍ਰਭਾਵਿਤ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਜਾਂ ਉਹਦੀ ਲਿਖਤ ਨੂੰ ਰੋਸ਼ਨੀ 'ਚ ਰੱਖ ਕੇ ਮੈਂ ਲਿਖਣਾ ਸ਼ੁਰੂ ਕੀਤਾ ਹੋਵੇ ਜਾਂ ਲਿਖਿਆ ਹੋਵੇ, ਕੋਈ ਇਹੋ ਜਿਹਾ ਕੁਛ ਨਹੀਂ ਹੈ। ਮੈਂ ਇੱਕ ਜਗਿਆਸੂ ਦੇ ਤੌਰ 'ਤੇ ਸਾਹਿਤ ਨੂੰ, ਦੁਨੀਆ ਦੇ ਸਾਹਿਤ ਨੂੰ ਪੜ੍ਹਦਾ ਰਿਹਾ। ਹਾਂਜੀ। ਸ਼ੁਰੂ 'ਚ ਮੈਂ, ਕਿਉਂਕਿ ਉਦੋਂ ਰੂਸੀ ਸਾਹਿਤ ਦੀਆਂ ਕਿਤਾਬਾਂ ਬਹੁਤ ਸਸਤੀਆਂ ਹੁੰਦੀਆਂ ਸੀ, ਹਰ ਬੰਦੇ ਦੀ ਅਪਰੋਚ ਹੁੰਦੀ ਸੀ, ਇੱਕ ਰਿਵਾਜ ਵੀ ਸੀ। ਇੱਕ ਰਿਵਾਜ ਤਾਂ ਨਾ ਕਹੀਏ ਆਪਾਂ, ਜੇ ਜਗਿਆਸੂ ਬੰਦੇ ਨੇ ਪੜ੍ਹਨਾ ਤਾਂ ਉਹ ਗੋਰਕੀ ਨੂੰ ਵੀ ਪੜ੍ਹਨਾ ਪਸੰਦ ਕਰੇਗਾ, ਟੋਲਸਟਾਏ ਨੂੰ ਵੀ ਪੜ੍ਹਨਾ ਪਸੰਦ ਕਰੇਗਾ, ਚੈਖਵ ਨੂੰ ਵੀ ਪੜ੍ਹਨਾ ਪਸੰਦ, ਗੋਗੋਲ ਨੂੰ ਵੀ ਪੜ੍ਹਨਾ ਪਸੰਦ ਕਰੇਗਾ। ਤਾਂ ਫਿਰ ਫਰਾਂਸ ਦੇ ਇਨਕਲਾਬ ਬਾਰੇ ਬਹੁਤ ਸਾਰੀਆਂ, ਜਰਮਨੀ ਦੇ ਲੇਖਕ ਨੇ, ਜਾਪਾਨ ਦੇ ਲੇਖਕ ਨੇ, ਮਤਲਬ ਇਹਨਾਂ ਹਰ ਲੇਖਕ ਨੂੰ ਜਦੋਂ ਮੈਂ ਪੜ੍ਹਿਆ, ਬਹੁਤ, ਇੱਕ ਰਿਚਰਡ ਰਾਈਟ ਲੇਖਕ ਹੈ, ਕਾਲਾ ਲੇਖਕ ਹੈ ਉਹ ਅਮਰੀਕਾ ਦਾ, ਉਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਹਦੀ ਇੱਕ ਸਵੈ ਜੀਵਨੀ ਸੀ ਬਲੈਕ ਬॉय, ਉਹ ਬਹੁਤ ਆਨੰਦ ਦਿੰਦੀ ਹੈ। ਰੂਟਸ ਕਿਤਾਬ ਹੈ ਇੱਕ, ਅਲੈਕਸ ਹਾਲੇ ਦੀ, ਉਹ ਬਹੁਤ ਪ੍ਰਭਾਵਿਤ ਕਰਦੀ ਹੈ। ਮਤਲਬ ਹਰ ਲੇਖਕ ਜਿਹੜਾ ਹੈਗਾ ਵੱਡਾ, ਉਹਦੀ ਲਿਖਤ ਨੇ ਕਿਸੇ ਨਾ ਕਿਸੇ ਤਰ੍ਹਾਂ ਦਾ ਤੁਹਾਨੂੰ ਪ੍ਰਭਾਵਿਤ ਕਰਨਾ ਹੈ। ਪ੍ਰਭਾਵਿਤ ਕਰਨ ਦਾ ਮੈਂ ਸਮਝਦਾ ਆਨੰਦਿਤ ਕਰਨਾ ਹੈ। ਉਹਦੇ 'ਚੋਂ ਤੁਸੀਂ ਕਿਸ ਤਰ੍ਹਾਂ ਦਾ ਆਨੰਦ ਲੈਂਦੇ ਹੋ, ਇਹ ਅਲੱਗ-ਅਲੱਗ ਬੰਦਿਆਂ ਦੀ ਤਾਸੀਰ 'ਤੇ ਨਿਰਭਰ ਕਰਦਾ ਹੈ। ਕੋਈ ਲੇਖਕ ਉਸ 'ਚੋਂ ਕਿਸ ਤਰ੍ਹਾਂ ਦਾ ਆਨੰਦ ਲੈਂਦਾ, ਕੋਈ ਕਿਸੇ ਤਰ੍ਹਾਂ ਦਾ ਲੈਂਦਾ, ਕੋਈ ਕਿਸ ਤਰ੍ਹਾਂ ਲੈਂਦਾ। ਉਹ ਹਰ ਬੰਦੇ ਦੀ ਤਰਤੀਬ ਹੈ, ਹਰ ਬੰਦੇ ਦਾ ਸੋਚਣ ਦਾ ਢੰਗ ਹੈ, ਹਰ ਬੰਦੇ ਦੀ ਆਪਣੀ ਤਾਸੀਰ ਵੀ ਹੈਗੀ ਆ ਪਾਠਕ ਦੀ, ਵੀ ਉਹ ਉਸ ਲੇਖਕ ਨੂੰ ਕਿਸ ਤਰ੍ਹਾਂ ਲੈਂਦਾ। ਉਹ ਜਿਵੇਂ ਇੱਕ ਹਾਥੀ ਹੈ ਨਾ, ਹਾਥੀ ਹੈ ਤੇ ਉਹਨੂੰ ਅੰਨੇ ਪੰਜ ਦੇਖਦੇ ਆ। ਕੋਈ ਸੁੰਡ ਨੂੰ ਹੱਥ ਲਾ ਕੇ ਦੇਖਦਾ, ਕੋਈ ਲੱਤਾਂ ਨੂੰ ਹੱਥ ਲਾ ਕੇ ਦੇਖਦਾ, ਕੋਈ ਪੂੰਛ ਨੂੰ ਹੱਥ ਲਾ ਕੇ ਦੇਖਦਾ। ਉਹ ਹਾਥੀ ਦਾ ਬਿਆਨ ਅਲੱਗ-ਅਲੱਗ ਕਰਦੇ ਆ, ਆਪਣੀ ਆਪਣੀ ਉਸ ਢੰਗ ਨਾਲ ਕਰਦੇ ਆ। ਇਸੇ ਤਰ੍ਹਾਂ ਮੈਂ ਸਮਝਦਾ ਪਾਠਕ ਵੀ ਹਰ ਲੇਖਕ ਦਾ ਅਲੱਗ-ਅਲੱਗ ਬਿਆਨ, ਅਲੱਗ-ਅਲੱਗ ਤਰ੍ਹਾਂ ਦਾ। ਜੇ ਹੁਣ ਸਪੋਜ਼ ਕਰੋ ਕਮਲ ਨੂੰ ਲੋਕ ਪੜ੍ਹਦੇ ਆ, ਬਹੁਤ ਸਾਰੇ ਪੜ੍ਹਦੇ ਆ, ਪਰ ਹਰ ਲੇਖਕ ਜਿਹੜਾ ਹੈਗਾ ਉਹ ਅਲੱਗ-ਅਲੱਗ ਤਰ੍ਹਾਂ ਸੋਚਦਾ ਉਹਦੇ ਬਾਰੇ, ਵੀ ਇਹ
ਕਿਸੇ ਨੂੰ ਉਹਦਾ ਇਸ਼ਕ ਪਸੰਦ ਹੈ, ਕਿਸੇ ਨੂੰ ਉਹਦੀ ਸ਼ਬਦਾਵਲੀ ਪਸੰਦ ਹੈ, ਕਿਸੇ ਨੂੰ ਉਹਦੇ ਸੋਚਣ ਦਾ ਢੰਗ ਪਸੰਦ ਹੈ। ਸੋ ਇਸ ਤਰ੍ਹਾਂ ਮੈਨੂੰ ਵੀ ਕਿਸੇ ਕੋ ਖਾਸ ਇੱਕ ਲੇਖਕ ਨੇ ਨਹੀਂ ਪ੍ਰਭਾਵਿਤ ਕੀਤਾ। ਮੈਂ ਇੰਜੋਏ ਕਰਦਾ ਰਿਹਾ ਲੇਖਕਾਂ ਨੂੰ ਪੜ੍ਹਨ ਵੇਲੇ, ਔਰ ਬਹੁਤ ਆਨੰਦ ਆਉਂਦਾ। ਹੁਣ ਤੱਕ ਵੀ ਮੇਰੀ ਜਿਹੜੀ ਰੋਜ਼ਾਨਾ ਪੜ੍ਹਨ ਦੀ ਹੈਗੀ ਆ, ਉਹ 4-5 ਘੰਟੇ ਤਾਂ ਮੈਂ ਹਾਲੇ ਵੀ ਪੜ੍ਹ ਲੈਂਦਾ ਰੋਜ਼। ਇਹ ਤੁਸੀਂ ਦੁਨੀਆ ਦੇ ਸਾਹਿਤ ਦੀ ਗੱਲ ਕੀਤੀ, ਤੁਸੀਂ ਉਹਨੂੰ ਪੜ੍ਹਿਆ ਵੀ ਹੈ, ਤੇ ਸਾਡੇ ਦਰਸ਼ਕ ਇਹ ਜਾਣਨਾ ਚਾਹਣਗੇ ਕਿ ਦੁਨੀਆ ਦੇ ਸਾਹਿਤ ਦੇ ਮੁਕਾਬਲੇ 'ਚ ਸਾਡਾ ਪੰਜਾਬੀ ਦਾ ਸਾਹਿਤ ਬਾਕੀ ਭਾਸ਼ਾਵਾਂ ਦੇ ਬਰਾਬਰ ਖੜਾ ਹੈ? ਕਿੰਨਾ ਕੁ ਖੜਾ ਹੈ, ਕਿੱਥੇ ਕੁ ਖੜਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਕੋਈ ਮੁਕਾਬਲਾ, ਇਸ ਤਰ੍ਹਾਂ ਨਹੀਂ ਕੋਈ ਮੁਕਾਬਲਾ ਹੁੰਦਾ। ਕਿਸੇ ਛੋਟੇ ਤੋਂ ਛੋਟੇ ਇਲਾਕੇ ਦਾ ਲੇਖਕ ਵੀ ਬਹੁਤ ਵੱਡੀ ਗੱਲ ਕਹਿ ਸਕਦਾ ਹੈ। ਗੱਲ ਤੇ ਵੱਡੀ ਗੱਲ ਕਹਿਣ ਦੀ ਹੈ। ਹੁਣ ਸਾਡੇ ਪੰਜਾਬੀ ਸਾਹਿਤ ਨੇ ਜਿੰਨਾ ਪੇਂਡੂ ਜੀਵਨ ਨੂੰ ਮਤਲਬ ਚਿੱਤਰਿਤ ਕੀਤਾ, ਮੇਰਾ ਖਿਆਲ ਹੈ ਦੁਨੀਆ ਦੇ ਕਿਸੇ ਸਾਹਿਤ ਨੇ ਵੀ ਨਹੀਂ ਕੀਤਾ ਹੋਣਾ। ਜ਼ਿਆਦਾਤਰ ਫੋਕਸ ਜਿਹੜਾ ਹੈਗਾ ਉਹ ਸਾਡੇ ਪੇਂਡੂ ਤੇ ਪੇਂਡੂ ਜੀਵਨ ਦੀ ਸਾਦਗੀ, ਕਿਸਾਨਾਂ ਦੀ ਲੁੱਟ ਖਸੁੱਟ, ਕਿਸਾਨਾਂ ਦੀ ਦਾ ਦੁੱਖ ਦਰਦ, ਉਹ ਸਾਰੇ ਦਾ ਬਿਰਤਾਂਤ ਜਿਹੜਾ ਹੈਗਾ ਪੰਜਾਬੀ ਸਾਹਿਤ 'ਚ ਭਰਿਆ ਪਿਆ। ਸੋ ਇਸ ਤਰ੍ਹਾਂ ਦਾ ਕੋਈ ਵੀ ਕਿੱਥੇ ਖੜਾ ਹੈ ਮੁਕਾਬਲਾ ਨਹੀਂ ਕਿਸੇ ਦਾ ਕੋਈ ਹੋ ਸਕਦਾ। ਕਿਸੇ ਦੀ ਰਚਨਾ ਚਿੱਲੀ ਦੇ ਲੇਖਕ ਦੀ ਵੀ ਹੋ ਸਕਦੀ ਹੈ, ਕਿਸੇ ਦੀ ਜਿਹੜੀ ਹੈਗੀ ਆ ਭੀਖੀ ਦੇ ਵੀ ਲੇਖਕ ਦੀ ਹੋ ਸਕਦੀ ਹੈ। ਸੋ ਹਰ ਬੰਦੇ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ। ਜਿਹਨੇ ਵੀ ਚੰਗਾ ਸਾਹਿਤ ਰਚਿਆ, ਉਹ ਚਾਹੇ ਪੰਜਾਬੀ ਦਾ ਹੋਵੇ, ਚਾਹੇ ਉਹ ਚਿੱਲੀ ਦਾ ਹੋਵੇ, ਚਾਹੇ ਉਹ ਜਰਮਨੀ ਦਾ ਹੋਵੇ, ਉਹ ਆਪਣੇ ਢੰਗ ਨਾਲ ਲਿਖਿਆ ਗਿਆ, ਤੇ ਉਸ ਨੂੰ ਉਸੇ ਤਰ੍ਹਾਂ ਹੀ ਦੇਖਣਾ ਚਾਹੀਦਾ। ਗਰਗ ਸਾਹਿਬ, ਤੁਸੀਂ ਵਿਦੇਸ਼ ਵਿੱਚ ਵੀ ਸੈਟਲ ਹੋ, ਉਧਰ ਵੀ ਸਾਡੇ ਹੁਣ ਨਹੀਂ ਮੈਂ ਸੈਟਲ ਹੈਗਾ। ਚਲੋ ਮੈਂ ਆ ਗਿਆ ਵਾਪਸ, ਲੌਟ ਕੇ ਬੁੱਧੂ ਘਰ ਕੋ ਆਏ ਵਾਲੀ। ਚਲੋ ਕਾਫੀ ਤੁਸੀਂ ਉੱਥੇ ਅਧਿਐਨ ਵੀ ਕੀਤਾ ਹੋਏਗਾ। ਉਧਰ ਵੀ ਬੜੇ ਪੰਜਾਬੀ ਦੇ ਲੇਖਕ ਹਨ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕਾਂ ਅਤੇ ਇੱਧਰਲੇ ਲੇਖਕਾਂ ਵਿੱਚ ਕੀ ਅੰਤਰ ਹੈ? ਅੰਤਰ ਤੇ ਕੋਈ ਆਏ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਅੰਤਰ ਹੈ। ਉੱਧਰ ਵੀ ਲੇਖਕ ਨੇ, ਇੱਧਰ ਵੀ ਲੇਖਕ ਨੇ, ਪਰ ਉਹਨਾਂ ਕੋਲੇ ਵਸੀਲੇ ਜਿਹੜੇ ਹੈਗੇ ਆ ਜ਼ਿਆਦਾ ਨੇ। ਉਹਨਾਂ ਦਾ ਜਿਹੜਾ ਡਾਲਰ ਹੈ ਉਹ 60 ਗੁਣਾ ਹੋ ਜਾਂਦਾ, ਉਹਨਾਂ ਦਾ ਜਿਹੜਾ ਪਾਉਂਡ ਆ ਉਹ 100 ਗੁਣਾ ਜਾਂ 80 ਗੁਣਾ ਜਾਂ 90 ਗੁਣਾ ਹੋ ਜਾਂਦਾ। ਬਸ ਇੰਨਾ ਕੀ ਫਰਕ ਹੈ। ਬਾਕੀ ਤਾਂ ਲੇਖਕ ਤੇ ਉਹ ਵੀ ਲੇਖਕ ਨੇ, ਉਹ ਵੀ ਮਿਹਨਤ ਕਰਦੇ ਨੇ। ਲੇਖਕ ਤਾਂ ਹੋ ਸਕੇ ਇਹ ਆ ਵੀ ਉਹਨਾਂ ਨੂੰ ਆਪਾਂ ਜਿਵੇਂ ਦੋਸ਼ ਲਾਉਂਦੇ ਆ ਕਿ ਉਹ ਛਪਣ ਛਪਾਉਣ ਵਾਸਤੇ ਉਹਨਾਂ ਕੋਲੇ ਸਹੂਲਤ ਜ਼ਿਆਦਾ ਸਾਡੇ ਨਾਲੋਂ। ਸਾਡਾ ਲੇਖਕ ਜਿਹੜਾ ਹੈਗਾ ਕਈ ਸਾਲ ਖਰੜੇ ਸਾਂਭੀ ਰੱਖਦਾ ਹੈ, ਖਰਚ ਨਹੀਂ ਕਰ ਸਕਦਾ, ਪੈਸੇ ਨਹੀਂ ਖਰਚ ਕਰ ਸਕਦਾ, ਛਪਾਉਣ ਦੀ ਬੜੀ ਮੁਸ਼ਕਿਲ ਆ ਉਸਨੂੰ। ਇੱਥੋਂ ਦਾ ਪਬਲਿਸ਼ਰ ਜਿਹੜਾ ਹੈਗਾ ਉਹ ਦੇਖਦਾ ਰਹਿੰਦਾ ਕਿ ਉਹ ਬਾਹਰਲਾ ਵਿਦੇਸ਼ ਉਹ ਜੇ $100 ਵੀ ਖਰਚ ਕਰ ਸਕਣ ਜਾਂ $200 ਵੀ ਖਰਚ ਕਰਨ, ਤਾਂ ਅਸੀਂ ਤੇ 10-20 ਹਜ਼ਾਰ ਰੁਪਇਆ ਸਾਡਾ ਲੇਖਕ ਨਹੀਂ ਖਰਚ ਕਰ ਸਕਦਾ ਕਿਤਾਬ ਛਪਾਉਣ ਵਾਸਤੇ। ਔਰ ਇਹ ਸਮੱਸਿਆ ਇਕੱਲੇ ਪੰਜਾਬੀ ਦੇ ਲੇਖਕਾਂ ਦੀ ਨਹੀਂ ਹੈਗੀ। ਮੈਂ ਪੜ੍ਹ ਰਿਹਾ ਸੀਗਾ ਪਾਬਲੋ ਨਰੂਦਾ ਦੀ ਜ਼ਿੰਦਗੀ। ਹਾਂਜੀ। ਪਾਬਲੋ ਨਰੂਦਾ ਨੇ ਜਦੋਂ ਪਹਿਲੀ ਕਿਤਾਬ ਛਪਾਈ ਨਾ ਕਵਿਤਾ ਦੀ, ਉਹ ਹੀ ਕੁਡ ਨੋਟ ਪੇ ਦੀ ਪ੍ਰੈਸ ਬਿੱਲ। ਜਿੱਥੋਂ ਛਪਾਈ ਉਹਨੇ, ਉਹਦੇ ਪੈਸੇ ਨਹੀਂ ਉਹ ਦੇ ਸਕਿਆ। ਔਰ ਉਹ ਕਈ ਚਿਰ ਉਹਦੀ ਕਿਤਾਬ ਜਿਹੜੀ ਹੈਗੀ ਹੈ ਪਹਿਲੀ ਕਵਿਤਾ ਦੀ, ਪਾਬਲੋ ਨਰੂਦਾ, ਜਿਹਨੂੰ ਮਤਲਬ ਨੋਬਲ ਪ੍ਰਾਈਜ਼ ਦੇ ਬਰਾਬਰ ਮਤਲਬ ਸਮਝਿਆ ਗਿਆ ਸੀ, ਚਿੱਲੀ ਦਾ ਸਭ ਤੋਂ ਵੱਡਾ ਸ਼ਾਇਰ ਮੰਨਿਆ ਗਿਆ, ਉਹਦੀ ਕਿਤਾਬ ਵੀ ਉੱਥੇ ਪ੍ਰੈਸ ਤੇ ਕਈ ਸਾਲ ਰੁਲਦੀ ਰਹੀ। ਔਰ ਉਹ ਬੜੀਆਂ ਕਿਸ਼ਤਾਂ ਨਾਲ ਪੈਸੇ ਪੂਏ ਦੇ ਕੇ ਉੱਥੋਂ ਚੁੱਕ ਕੇ ਲਿਆ। ਤਾਂ ਇਹੀ ਸੰਘਰਸ਼ ਸਾਡੇ ਲੇਖਕਾਂ ਦਾ ਵੀ ਹੈਗਾ। ਪਰ ਵਿਦੇਸ਼ੀ ਲੇਖਕ ਜਿਹੜੇ ਹੈਗੇ ਉਹ ਸਾਡੇ ਨਾਲੋਂ ਪੈਸੇ ਧੇਲੇ ਦਾ ਸਮਰੱਥ ਹੋ ਸਕਦੇ ਨੇ। ਲਿਖਤ ਤੇ ਸਭ ਦੀ ਆਪਣੀ ਮਿਹਨਤ ਹੈ, ਆਪਣਾ ਢੰਗ ਹੈ, ਆਪਣਾ ਨਜ਼ਰੀਆ। ਜਿਹੜੇ ਇੱਥੋਂ ਦੇ ਵਿਦੇਸ਼ੀ ਲੇਖਕ ਗਏ ਨੇ, ਸਗੋਂ ਉਹਨਾਂ ਕੋਲੇ ਦੂਹਰਾ ਤਜਰਬਾ ਸੀ। ਉਹ ਸਾਡੀ ਇੱਥੋਂ ਦੀ ਜ਼ਿੰਦਗੀ ਨੂੰ ਵੀ ਸਮਝਦੇ ਸੀ, ਉੱਥੋਂ ਦੀ ਜ਼ਿੰਦਗੀ ਨੂੰ ਵੀ ਸਮਝਦੇ ਆ। ਔਰ ਉਹਨਾਂ ਦਾ ਫਿਰ ਜਿਹੜੇ ਇੱਥੋਂ ਲੋਕ ਗਏ ਆ, ਉਹਨਾਂ ਦੀ ਜ਼ਹਿਨੀਅਤ ਕਿਹੋ ਜਿਹੀ ਹੈ, ਉਸ ਨੂੰ ਵੀ ਉਹ ਸਮਝ ਕੇ ਨਾਵਲ ਕਹਾਣੀਆਂ ਉਹਨਾਂ ਨੇ ਬਥੇਰੀਆਂ ਲਿਖੀਆਂ, ਕਵਿਤਾਵਾਂ ਲਿਖੀਆਂ। ਤਾਂ ਮੇਰਾ ਮਤਲਬ ਸੀ ਵੀ ਸਾਡੇ ਨਾਲੋਂ ਉਹਨਾਂ ਕੋਲੇ ਅਨੁਭਵ ਦੀ ਲੋੜ ਜ਼ਿਆਦਾ ਹੈ। ਉਹ ਅਨੁਭਵ ਕਿੰਨਾ ਤੀਖਣ ਹੈ, ਇਹ ਭਵਿੱਖ ਦੀ ਗੱਲ ਹੈ।
ਕਿ ਕਿੰਨੇ ਤੀਖਣ ਢੰਗ ਨਾਲ ਉਹ ਸਾਡੇ ਇਸ ਤਜਰਬੇ ਨੂੰ ਲਿਖ ਸਕਦੇ ਆ, ਆਪਣੇ ਤਜਰਬੇ ਨੂੰ ਲਿਖ ਸਕਦੇ ਆ, ਕਿੰਨੀ ਕੁ ਉਹਦੇ 'ਚ ਸਮਰੱਥਾ ਹੈਗੀ ਆ। ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਆ ਨਾ। ਬਿਲਕੁਲ। ਜਿਵੇਂ ਕੁੱਕੜ ਹੈ, ਕੁੱਕੜ ਜਿਹੜਾ ਹੈਗਾ ਕਿੰਨੀ ਕੁ ਸਮਰੱਥਾ ਨਾਲ ਉੱਡ ਸਕਦਾ, ਪਰ ਕਿੰਨੀ ਕੁ ਉੱਡੂਗਾ, ਇਹ ਹਰ ਲੇਖਕ ਦੀ ਆਪਣੀ ਆਪਣੀ ਇੱਕ ਸਮਰੱਥਾ ਹੁੰਦੀ ਹੈ ਔਰ ਉਹਦੇ ਮੁਤਾਬਕ ਹੀ ਉਹ ਕੰਮ ਕਰ ਸਕਦਾ। ਤੇ ਜੇ ਆਪਾਂ ਤਵੱਕੋ ਵੱਡੀ ਰੱਖੀਏ ਕਿਸੇ ਤੋਂ, ਹੁਣ ਕੁੱਕੜ ਤੋਂ ਤੁਸੀਂ ਹੰਸ ਦੀ ਸਮਰੱਥਾ ਰੱਖਣ ਲੱਗ ਜਾਓ ਜਾਂ ਆਸ ਕਰਨ ਲੱਗ ਜਾਓ, ਇਹ ਔਖਾ ਹੈ, ਇਹ ਪੋਸੀਬਲ ਨਹੀਂ ਹੈ। ਕਹਿਣ ਦਾ ਭਾਵ ਕਿ ਬਾਹਰਲੇ ਸਾਰੇ ਹੰਸ ਨਹੀਂ ਹਨ। ਨਹੀਂ ਹੈਗੇ, ਜ਼ਰੂਰੀ ਇੱਥੇ ਵੀ ਨਹੀਂ ਸਾਰੇ ਹੰਸ, ਕੁੱਕੜ ਵੀ ਹਨ। ਕੁੱਕੜ ਇੱਥੇ ਵੀ ਕੁੱਕੜ ਹੈਗੇ। ਬਹੁਤ ਵਧੀਆ। ਇੱਕ ਗੱਲ ਜੋ ਮੈਂ ਹਰ ਮੁਲਾਕਾਤ ਕਰਨ ਵਾਲੇ ਨਾਲ ਕਰਦਾ ਹਾਂ ਸਾਂਝੀ, ਉਹ ਤੁਹਾਡੇ ਨਾਲ ਵੀ ਕਰਨੀ ਚਾਹਾਂਗਾ ਕਿ ਸਰਕਾਰੀ ਇਨਾਮਾਂ ਦੀ ਜਿਹੜੀ ਪਾਰਦਰਸ਼ਤਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੀ ਤਾਂ ਗੱਲ ਹੀ ਛੱਡੋ, ਮੈਂ ਤਾਂ ਇਹਦੇ ਵੱਲ ਝਾਕਦਾ ਹੀ ਨਹੀਂ, ਨਾ ਮੈਂ ਕਦੇ ਕੋਈ ਇਹਦੇ ਬਾਰੇ ਸੋਚਦਾ। ਨਹੀਂ, ਗੱਲ ਤਾਂ ਆਪਾਂ ਨੂੰ ਇਹ ਕਰਨੀ ਪਏਗੀ ਨਾ। ਜਿਵੇਂ ਲੋਕ ਕਰਦੇ ਆ, ਜਿਸ ਤਰ੍ਹਾਂ ਦਾ ਡਰਾਮਾਬਾਜ਼ੀ ਕਰੀ ਜਾਂਦੇ, ਤੁਸੀਂ ਵੀ ਸਮਝਦੇ ਹੋ, ਮੈਂ ਵੀ ਸਮਝਦਾ, ਪਰ ਇਹਦੇ ਵਾਸਤੇ ਜਿਹੜਾ ਜੈਨੂਅਨ ਲੇਖਕ ਹੈ, ਉਹ ਮੈਂ ਸਮਝਦਾ ਨਾਮਾ ਪਿੱਛੇ ਥੋੜ੍ਹਾ ਲਿਖਦਾ, ਉਹ ਤੇ ਆਪਣਾ ਕੰਮ ਕਰ ਰਿਹਾ। ਹੁਣ ਮੈਂ 40 ਸਾਲਾਂ ਤੋਂ ਆਪਣਾ ਕੰਮ ਕਰੀ ਜਾਂਦਾ, ਮੈਂ ਤੇ ਕਿਸੇ ਵੱਲ ਨਹੀਂ ਦੇਖਦਾ ਕਿ ਮੈਨੂੰ ਕੋਈ ਨਾ ਮੈਨੂੰ ਅੱਛਾ ਕੋਈ ਰੰਜ ਵੀ ਨਹੀਂ ਹੈ। ਜੇ ਕੋਈ ਮੈਨੂੰ ਹੁਣ ਕੱਲ ਕਹੇ ਵੀ ਤੂੰ 71-72 ਸਾਲ ਦਾ ਹੋ ਗਿਆ, 40 ਸਾਲ ਹੋ ਗਿਆ, 70 ਕਿਤਾਬਾਂ ਲਿਖਤੀਆਂ, ਤੇਰਾ ਯਾਰ ਮੁੱਲ ਨਹੀਂ ਪਾਇਆ, ਮੈਂ ਕਹਿੰਦਾ ਯਾਰ ਮੁੱਲ ਮੇਰਾ ਪਾਠਕਾਂ ਨੇ ਕਿੰਨਾ ਪਾਇਆ। ਮੈਨੂੰ ਮਤਲਬ ਹਰ ਪੰਜਾਬ ਦੇ ਕੀ, ਵਿਦੇਸ਼ ਕੀ, ਦੇਸ਼ ਕੀ। ਇੱਕ ਪਿੱਛੇ ਮੈਨੂੰ ਕੈਨੇਡਾ ਤੋਂ ਕਿਸੇ ਦਾ ਫੋਨ ਆਇਆ, ਉਹ ਕਹਿੰਦਾ ਜੀ ਮੈਂ ਪਹਿਲਾਂ ਤਾਂ ਨਾਨਕ ਸਿੰਘ ਨੂੰ ਪੜ੍ਹਦਾ ਹੁੰਦਾ ਸੀ, ਫਿਰ ਕਮਲ ਨੂੰ ਪੜ੍ਹਦਾ ਹੁੰਦਾ ਸੀ, ਐਤਕੀ ਕਹਿੰਦਾ ਮੈਂ ਲਾਇਬ੍ਰੇਰੀ 'ਚ ਗਿਆ, ਤੁਹਾਡਾ ਇੱਕ ਨਾਵਲ ਆਖਰੀ ਪੱਤਾ ਉੱਥੇ ਪਿਆ ਸੀ। ਹਾਂਜੀ। ਤੇ ਮੈਂ ਕਹਿੰਦਾ ਚੁੱਕ ਲਿਆ। ਉਹ ਕਹਿੰਦਾ ਮੈਂ 3 ਵਾਰੀ ਪੜ੍ਹ ਲਿਆ, ਉਹ ਕਹਿੰਦਾ, ਔਰ ਸਾਰੇ ਦੋਸਤਾਂ ਨੂੰ ਪੜ੍ਹਾਇਆ, ਕਹਿੰਦਾ ਮੈਂ। ਹੁਣ ਇਦੋਂ ਵੱਡਾ ਨਾਮ ਮੇਰੇ ਲਈ ਕੀ ਹੋ ਸਕਦਾ? ਵੀ ਤੁਹਾਡੀ ਕਿਸੇ ਲਿਖਤ ਨੂੰ ਲੋਕ ਰੈਕੋਗਨਾਈਜ਼ ਕਰਦੇ ਆ, ਤੁਹਾਨੂੰ ਫੋਨ ਕਰਦੇ ਆ, ਤੁਹਾਨੂੰ ਮਤਲਬ ਪਿਆਰ ਕਰਦੇ ਆ। ਮੈਂ ਨਾਮ ਨੂੰ ਬਾਰੇ ਬਾਹਲਾ ਲੇਖਕ ਨੂੰ ਨਾ ਤੇ ਸੋਚਣਾ ਚਾਹੀਦਾ, ਨਾ ਇਹਦੇ ਬਾਰੇ ਬਹੁਤੀ ਕੋਈ ਗੱਲ ਹੀ ਕਰਨੀ ਚਾਹੀਦੀ ਹੈ। ਹਾਂ, ਮੈਂ ਇਹ ਜ਼ਰੂਰ ਕਰਦਾ ਕਿ ਜੇ ਕੋਈ ਚੰਗੀ ਭਾਵਨਾ ਨਾਲ ਮੈਨੂੰ ਸਨਮਾਨਿਤ ਕਰਨਾ ਚਾਹੁੰਦਾ ਜਾਂ ਕੋਈ ਸੰਸਥਾ ਮੈਨੂੰ ਬੁਲਾਉਣਾ ਚਾਹੁੰਦੀ ਹੈ, ਮੈਂ ਜ਼ਰੂਰ ਜਾਣਾ। ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ, ਪਰ ਮੈਂ ਅੱਗੇ ਹੋ ਕੇ ਕਿਸੇ ਨੂੰ ਕਹਿੰਦਾ ਵੀ ਨਹੀਂ ਵੀ ਭਾਈ ਮੈਂ ਹੁਣ ਬਹੁਤ ਕੰਮ ਕਰ ਲਿਆ। ਮੈਂ ਬਾਰ-ਬਾਰ ਐਂ ਵੀ ਨਹੀਂ ਕਹਿੰਦਾ ਪਬਲਿਕ 'ਚ ਵੀ ਮੈਂ ਯਾਰ ਇੰਨਾ ਕੰਮ ਕਰ ਲਿਆ, ਮੈਨੂੰ ਦੇਖੋ, ਮੈਂ ਖੜਾ ਆ, ਮੈਨੂੰ ਕਰੋ। ਮੈਨੂੰ ਇਸ ਤਰ੍ਹਾਂ ਦੀ ਕੋਈ, ਔਰ ਮੈਂ ਇਹ ਗੱਲ ਤੁਹਾਨੂੰ ਦੱਸਾਂ ਪਰਦੇਸੀ ਜੀ, ਇਹ ਐਵੇਂ ਲੱਗਦਾ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਇਨਾਮ ਲੈਣ ਲੱਗਦੇ ਹੋ ਨਾ, ਤਾਂ ਆਪਣੀ ਸ਼ਕਲ ਸ਼ੀਸ਼ੇ 'ਚ ਆਪ ਹੀ ਦੇਖਣੀ ਔਖੀ ਹੋ ਜਾਂਦੀ ਹੈ। ਤੁਸੀਂ ਲੋਕਾਂ ਦੀਆਂ ਨਜ਼ਰਾਂ 'ਚ ਡਿੱਗ ਜਾਓ, ਕੋਈ ਖਾਸ ਗੱਲ ਨਹੀਂ, ਕੋਈ ਵੀ ਡਿੱਗ ਸਕਦਾ, ਪਰ ਜਦੋਂ ਤੁਸੀਂ ਆਪਣੀਆਂ ਹੀ ਨਜ਼ਰਾਂ 'ਚ ਡਿੱਗ ਜਾਓਗੇ, ਉਹ ਸਭ ਤੋਂ ਵੱਡੀ ਟ੍ਰੈਜਡੀ ਤੁਹਾਡੇ ਜੀਵਨ ਦੀ ਹੈ। ਤੇ ਇਸ ਤੋਂ ਮੇਰਾ ਖਿਆਲ ਹੈ ਬਚਣਾ ਚਾਹੀਦਾ। ਤੁਹਾਨੂੰ ਹੁਣ ਤੱਕ ਕਿਹੜੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ, ਮਾਨ ਸਨਮਾਨ ਕੀਤਾ? ਮੈਨੂੰ ਵੈਸੇ ਤੇ ਸਹਿਤ ਸਭਾਵਾਂ ਨੇ ਤੇ ਅਨੇਕਾਂ ਸਹਿਤ ਸਭਾਵਾਂ ਨੇ, ਸੰਸਥਾਵਾਂ ਨੇ ਕੀਤਾ, ਪਰ 2-3 ਜਿਹੜੇ ਜੇ ਤੁਸੀਂ ਮਸ਼ਹੂਰ ਇਨਾਮ ਕਹਿ ਦਈਏ, ਲਾਂਬੜਾ ਸੱਥ ਵਾਲੇ ਹੈਗੇ ਆ। ਹਾਂਜੀ ਹਾਂਜੀ, ਇਹਨਾਂ ਨੇ ਕੰਮ ਕਰ ਰਹੇ ਆ, ਕਾਫੀ ਕੰਮ ਪੰਜਾਬੀ ਲਈ ਕਾਫੀ ਕੰਮ ਕਰ ਰਹੇ ਆ, ਔਰ ਉਹਨਾਂ ਦਾ ਸਨਮਾਨ ਚੰਗਾ ਸਨਮਾਨ ਸਮਝਿਆ ਜਾਂਦਾ। ਹਾਂਜੀ ਹਾਂਜੀ। ਸਹਿਤ ਟਰਸਟ ਢੁੱਡੀਗੇ ਵਾਲਿਆਂ ਨੇ ਮੈਨੂੰ ਸਨਮਾਨਿਤ ਕੀਤਾ ਸੀ। ਪਿਆਰਾ ਸਿੰਘ ਦਾਤਾ ਦੇ ਲੜਕੇ ਪਿਆਰਾ ਸਿੰਘ ਦਾਤਾ ਜੀ ਦੇ ਨਾਂ ਤੇ ਬਹੁਤ ਵੱਡੀ ਗੱਲ ਅਵਾਰਡ 11,000 ਦਾ ਦਿੰਦੇ ਆ, ਉਹਨਾਂ ਨੇ ਕੀਤਾ ਕੁਛ। ਬਾਕੀ ਅਨੇਕਾਂ ਸੰਸਥਾਵਾਂ ਨੇ ਪੰਜਾਬ ਦੀਆਂ ਨੇ ਪਿਆਰ ਦਿੱਤਾ, ਪਿਆਰ ਨਾਲ ਮੈਨੂੰ ਆਦਰ ਮਾਣ ਦਿੱਤਾ। ਠੀਕ ਹੈ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਪਿੱਛੇ ਕਾਫੀ ਚਰਚਾ ਰਹੀ ਕਿ ਪੰਜਾਬੀ ਨੂੰ ਬੜਾ ਖਤਰਾ ਹੈ। ਇੱਕ ਬੜੇ ਵੱਡੇ ਵਿਦਵਾਨ ਸੱਜਣ ਨੇ ਆਪਣੇ ਸਮਾਗਮ ਦੇ ਇੱਕ ਪ੍ਰਧਾਨਗੀ ਭਾਸ਼ਣ ਵਿੱਚ ਇਹ ਗੱਲ ਕਹੀ ਕਿ ਜੇ ਪੰਜਾਬੀ ਨੂੰ ਖਤਰਾ ਹੈ ਤਾਂ ਉਹ ਸਿਰਫ ਹਿੰਦੀ ਤੋਂ ਹੈ। ਤੁਸੀਂ ਉਸ ਵਿਦਵਾਨ ਦੀ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਨਹੀਂ, ਮੇਰਾ ਖਿਆਲ ਹੈ ਵੀ ਇਹਦੇ ਵਾਸਤੇ ਇਹ ਗੱਲਾਂ ਸਭ ਮੈਂ ਸਮਝਦਾ ਫਿਰਕਾ ਪ੍ਰਸਤੀ ਚੋਂ ਨਿਕਲਦੀਆਂ। ਸੱਚੀ ਗੱਲ ਇਹ ਹੈ, ਜੇ ਤੁਸੀਂ ਖੁੱਲੇ ਬੂਹੇ ਰੱਖੋ, ਚੰਗੇ ਸ਼ਬਦ ਜਿਹੜੇ ਹੈਗੇ ਆ ਜੇ ਤੁਹਾਡੀ ਭਾਸ਼ਾ 'ਚ ਆਈ ਜਾਂਦੇ ਆ ਤਾਂ ਇਹ 'ਚ ਕੀ ਹਰਜ ਹੈ? ਅੰਗਰੇਜ਼ੀ ਜਿਹੜੀ ਹੈਗੀ ਆ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਖਾ ਗਈ। ਹਾਂਜੀ, ਸਾਰੀ ਖਾ ਗਈ ਕਿ ਪਚਾ ਗਈ? ਮਤਲਬ ਉਹਦੇ 'ਚ ਤੁਹਾਨੂੰ ਸਾਰੀ ਦੁਨੀਆ ਦੇ ਸ਼ਬਦ ਜਿਹੜੇ ਹੈਗੇ ਆ ਮਿਲ ਜਾਣਗੇ।
ਔਰ ਉਹਦੇ ਨਾਲ ਉਹਦੀ ਫਲੇਵਰ, ਉਹਦਾ ਜਿਹੜਾ ਰੰਗ ਰੂਪ ਹੈ ਉਹ ਬਦਲਦਾ। ਹੁਣ ਤੁਸੀਂ ਦੇਖੋ ਵੀ ਪੰਜਾਬੀ 'ਚ ਆਪਾਂ ਪੁਆਧ ਦੀ ਡਿਕਸ਼ਨ ਵੀ ਆਪਾਂ ਨੂੰ ਚੰਗੀ ਲੱਗਦੀ ਹੈ, ਹਾਂਜੀ, ਮਲਵਈ ਡਿਕਸ਼ਨ ਵੀ ਚੰਗੀ ਲੱਗਦੀ ਹੈ, ਮਝੈਲਾਂ ਦੀ ਡਿਕਸ਼ਨ ਵੀ ਚੰਗੀ ਲੱਗਦੀ ਹੈ। ਮਝੈਲ ਵੀ ਜਦੋਂ ਵਿੱਚ ਉਹਦੇ ਕੁਝ ਸ਼ਬਦ ਆ ਜਾਂਦੇ ਆ ਤਾਂ ਉਹ ਵੀ ਆਪਾਂ ਨੂੰ ਚੰਗੇ ਅੱਛੇ ਲੱਗਦੇ ਆ। ਤਾਂ ਮੇਰਾ ਮਤਲਬ ਪੰਜਾਬੀ ਨੂੰ ਐਂ ਡੱਬਿਆਂ 'ਚ ਬੰਦ ਰੱਖ ਕੇ ਥੋੜ੍ਹਾ ਅਸੀਂ ਇਹਦਾ ਵਿਕਾਸ ਕਰਾਂਗੇ। ਇਹਦੇ 'ਚ ਜੇ ਕੋਈ ਪਚੇ ਹੋਏ, ਹਾਂ ਅਣਪਚ ਸ਼ਬਦ ਨਾ ਇਹਦੇ 'ਚ ਵਾੜਨ ਦੀ ਕੋਸ਼ਿਸ਼ ਕਰੋ। ਜਿਵੇਂ ਉਹ ਪਿੱਛੇ ਇਹਨਾਂ ਨੇ ਬੜਾ ਹਾਸੇ ਵਾਲਾ ਕੀਤਾ ਸੀ ਕਿ ਗੱਡੀ ਬਈ ਨਹੀਂ ਜੀ ਅਸੀਂ ਅੰਗਰੇਜ਼ੀ ਦੇ ਸਾਰੇ ਸ਼ਬਦ ਬਦਲ ਦੇਣੇ ਆ। ਅੰਗਰੇਜ਼ੀ ਦੇ ਸਟੇਸ਼ਨ ਤੋਂ ਇਹਨਾਂ ਸਿਗਨਲ ਤੋਂ, ਸਟੇਸ਼ਨ ਤੋਂ, ਗੱਡੀ ਤੋਂ, ਉਹ ਕਹਿੰਦੇ ਰੇਲ ਗੱਡੀ ਜਿਹੜੀ ਹੈਗੀ ਆ, ਰੇਲ ਦਾ ਸ਼ਬਦ ਬਣਾਓ। ਉਹ ਲੋਹ ਪਥ ਗਾਮਣੀ ਬਣਾ ਲਿਆ ਉਹਨਾਂ ਨੇ, ਲੋਹ ਪਥ ਗਾਮਣੀ। ਹੁਣ ਇਹ ਲੋਹ ਪਥ ਗਾਮਣੀ ਸ਼ਬਦ ਜਿਹੜਾ ਹੈਗਾ ਵੀ ਲੋਹੇ ਦੇ ਪਥ ਤੇ ਜਾਣ ਵਾਲੀ, ਉਹ ਸਿਗਨਲ ਦਾ ਸ਼ਬਦ ਬਣਾ ਲਿਆ ਲੋਹ ਪਥ ਗਾਮਣੀ ਸੂਚਕ ਵਾਚਕ। ਹੁਣ ਮੇਰਾ ਮਤਲਬ ਜੇ ਇਹੋ ਜਿਹੇ ਸ਼ਬਦ ਤੁਸੀਂ ਬਣਾਓਗੇ, ਘੜੋਗੇ, ਜਿਹੜੇ ਵਿਦਵਾਨ ਘੜਨਗੇ, ਉਹ ਹਾਸੋਹੀਣੀਆਂ ਗੱਲਾਂ ਹੀ ਨੇ। ਜੇ ਕੋਈ ਸ਼ਬਦ ਲੋਕ ਉਹਨਾਂ ਨੂੰ ਅਪਣਾਉਣਗੇ ਹੀ ਨਹੀਂ ਅਪਣਾਉਣਗੇ, ਨਹੀਂ ਉਹ ਅਪਣਾਇਆ ਹੀ ਨਹੀਂ। ਹੁਣ ਵੀ ਜੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਸਟੇਸ਼ਨ ਸ਼ਬਦ ਜਲਦੀ ਸਮਝਦਾ, ਲੋਹਵਤ ਗਾਮਣੀ ਗੂਮਣੀ ਕੋਈ ਕੌਣ ਸਮਝਦਾ? ਸਟੇਸ਼ਨ ਸਮਝ ਲੈਂਦੇ ਹਾਂ ਅਸੀਂ, ਸਕੂਟਰ ਸਮਝ ਲੈਂਦੇ ਹਾਂ। ਹੋਰ ਇਸ ਤਰ੍ਹਾਂ ਦੇ ਜਿਹੜੇ ਅੰਗਰੇਜ਼ੀ ਦੇ ਸ਼ਬਦ ਸਾਡੀ ਪੰਜਾਬੀ 'ਚ ਆ ਗਏ ਆ, ਜਿਨ੍ਹਾਂ ਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ 'ਚ ਵੀ ਲਿਖਣ ਲੱਗ ਗਏ, ਉਹ ਆ ਜਾਣ ਤਾਂ ਕੀ ਹਰਜ ਕੀ ਆ ਉਹਦੇ 'ਚ? ਜੇ ਤੁਸੀਂ ਹਾਂ ਕੋਈ ਬਿਫਿਟਿੰਗ ਸ਼ਬਦ, ਕੋਈ ਪ੍ਰਚਲਿਤ ਸ਼ਬਦ ਬਣਾ ਸਕਦੇ ਹੋ, ਜ਼ਰੂਰ ਬਣਾਓ। ਪਰ ਮੈਂ ਸਮਝਦਾ ਐਂ ਬਣਾਏ ਹੋਏ ਸ਼ਬਦ ਜਿਹੜੇ ਹੈਗੇ ਆ ਉਹ ਬਹੁਤੀ ਦੇਰ ਨਹੀਂ ਚੱਲਦੇ। ਉਹਨਾਂ ਨੂੰ ਲੋਕ ਸਵੀਕਾਰ ਹੀ ਨਹੀਂ ਕਰਦੇ। ਇਸ ਕਰਕੇ ਇਸ ਪਚੜੇ 'ਚ ਪੈਣ ਦੀ ਬਜਾਏ ਬੂਹੇ ਭਾਸ਼ਾ ਦੇ ਖੁੱਲ੍ਹੇ ਰੱਖੋ। ਜੇ ਕੋਈ ਸ਼ਬਦ ਵਧੀਆ ਆ ਸਕਦੇ ਆ, ਉਹਦਾ ਭੰਡਾਰ ਵੱਧ ਸਕਦਾ, ਉਸ ਭੰਡਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਐਂ ਜੇ ਭਾਸ਼ਾਵਾਂ ਮਰਨ ਲੱਗੀਆਂ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਮਰ ਜਾਂਦੀਆਂ। ਨਾਲੇ ਪੰਜਾਬੀ ਤੇ ਜਿਉਂਦੇ ਜਾਗਦੇ ਲੋਕਾਂ ਦੀ ਭਾਸ਼ਾ ਹੈ, ਇਹਨੇ ਕਿੱਥੇ ਮਰਨਾ? ਇਹ ਮਰਨ ਵਾਲੀ ਨਹੀਂ ਹੈਗੀ। ਇਹਦਾ 20 ਹੋਰਾਂ ਨੂੰ ਮਾਰ ਕੇ ਮਰੇ। ਪੰਜਾਬੀ ਨੂੰ ਖਤਰਾ ਕੋਈ ਨਾ, ਕੋਈ ਮੇਰੇ ਖਿਆਲ ਤੇ ਕੋਈ ਖਤਰਾ ਨਹੀਂ ਹੈ। ਜਿੰਨਾ ਚਿਰ ਅਸੀਂ ਜਿਉਣੇ ਉਹਨਾਂ ਚਿਰ ਤਾਂ ਕੋਈ ਖਤਰਾ ਨਹੀਂ, ਬਾਅਦ 'ਚ ਦੇਖੋ। ਬਹੁਤ ਵਧੀਆ, ਬਹੁਤ ਵਧੀਆ। ਇੱਕ ਸਵਾਲ ਹੋਰ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹਾਂਗਾ। ਗਰਗ ਸਾਹਿਬ, ਸਰਕਾਰਾਂ ਨੂੰ ਸਾਹਿਤ ਦੀ ਪ੍ਰਫੁੱਲਤਾ ਲਈ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ, ਜਾਂ ਸਾਹਿਤ ਸਭਾਵਾਂ ਨੂੰ ਕਿਹੋ ਜਿਹੀਆਂ ਨੀਤੀਆਂ ਅਪਣਾਉਣੀਆਂ ਚਾਹੀਦੀਆਂ? ਦੇਖੋ, ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਹਿਤ ਹੈ ਉਹਨਾਂ ਨੂੰ ਬੜੇ ਸੌਖੇ ਔਰ ਵਧੀਆ ਤਰੀਕੇ ਦੇ ਕੇ ਨਾ ਲੋਕਾਂ ਵੱਲ ਕਿਵੇਂ ਲਿਜਾਇਆ ਜਾ ਸਕਦਾ। ਮੈਨੂੰ ਯਾਦ ਹੈ ਕਿ ਰੂਸੀ ਇਨਕਲਾਬ ਵੇਲੇ ਜਦੋਂ ਕਿਤਾਬਾਂ ਛਪਦੀਆਂ ਸੀ, ਲੱਖਾਂ ਦੀ ਗਿਣਤੀ ਛਪਦੀਆਂ ਸੀ, ਉਹ ਰੇਹੜੀਆਂ 'ਚ ਪਾ ਕੇ, ਉਹ ਵੈਨਾਂ 'ਚ ਪਾ ਕੇ ਮਹੱਲਿਆਂ 'ਚ ਲੈ ਕੇ ਜਾਂਦੇ ਸੀ ਔਰ ਉਹਨਾਂ ਨੂੰ ਕਿਤਾਬਾਂ ਨਾਲ ਪਰਿਚਿਤ ਕਰਾਉਂਦੇ ਸੀ ਵੀ ਆਹ ਕਿਤਾਬਾਂ ਛਪੀਆਂ ਨੇ, ਆਹ ਤੁਹਾਡੇ ਲੇਖ ਨੇ, ਆਹ ਹੈਗੇ ਨੇ। ਤਾਂ ਮਤਲਬ ਇਸ ਤਰ੍ਹਾਂ ਤੁਹਾਨੂੰ ਦਰ ਖੜਕਾਉਣਾ ਪਏਗਾ, ਤਾਂ ਹੀ ਜਿਹੜਾ ਹੈਗਾ ਪੰਜਾਬੀ ਦਾ ਵਿਕਾਸ ਹੋ ਸਕੇਗਾ। ਨਾ ਤੇ ਸਰਕਾਰਾਂ ਕੋਲ, ਸਾਡੀਆਂ ਕੋਲ ਇੰਨਾ ਟਾਈਮ ਹੈ, ਨਾ ਸਰਕਾਰਾਂ ਦੀ ਕੋਈ ਇੰਨੀ ਪਹੁੰਚ ਹੈ, ਨਾ ਸਰਕਾਰਾਂ ਦੀ ਕੋਈ ਇੰਨੀ ਨੀਤ ਹੈ ਕਿ ਸਾਹਿਤ ਨੂੰ ਪ੍ਰਫੁੱਲਤ। ਉਹ ਤਾਂ ਇਹ ਸਮਝਦੀਆਂ ਕਿ ਸਾਹਿਤ ਜਿਹੜਾ ਹੈਗਾ ਸਾਡੇ ਖਿਲਾਫ ਹੈ। ਜਦੋਂ ਵੀ ਉਹ ਕੁਛ ਗੱਲ ਕਰਦੇ ਆ, ਜਿਵੇਂ ਹੁਣ ਉਹ ਜਦੋਂ ਭਾਸ਼ਾ ਭਵਨ ਬਣਿਆ ਸੀਗਾ, ਹਾਂਜੀ, ਉਦੋਂ ਕਿਸੇ ਮੰਤਰੀ ਨੇ ਕਿਹਾ ਸੀਗਾ, ਕਹਿੰਦਾ ਇਹ ਭਵਨ ਤੁਹਾਨੂੰ ਇਸ ਤਰ੍ਹਾਂ ਇਸ ਵਾਸਤੇ ਨਹੀਂ ਬਣਾਇਆ ਕਿ ਵੀ ਤੁਸੀਂ ਇੱਥੇ ਬਹਿ ਕੇ ਸਾਡੇ ਖਿਲਾਫ ਹੀ ਗੱਲਾਂ ਕਰੀ ਜਾਓ। ਜਾਂ ਇੱਕ ਮੈਨੂੰ ਬੜੀ ਹਾਸੇ ਵਾਲੀ ਗੱਲ ਯਾਦ ਆਉਂਦੀ ਹੈ ਕਿ ਜਦੋਂ 47 ਵੇਲੇ ਨਾ ਕਮਿਊਨਿਸਟ ਪਾਰਟੀ 'ਤੇ ਅੰਕੁਸ਼ ਲਗਾਤਾ ਜੀ ਸਰਕਾਰ ਨੇ, ਬੰਦਸ਼ਾਂ ਲਗਾਤੀਆਂ ਸੀਗੀਆਂ ਅਤੇ ਕਮਿਊਨਿਸਟ ਵਰਕਰਾਂ ਦੀ, ਲੇਖਕਾਂ ਦੀ ਧਰਪਕੜ ਸ਼ੁਰੂ ਹੋ ਗਈ ਸੀਗੀ। ਫਿਕਰ ਤੌਸ ਵੀ ਉਦੋਂ ਇੱਥੇ ਨਵੇਂ ਜ਼ਮਾਨੇ 'ਚ ਕੰਮ ਕਰਦੇ ਹੁੰਦੇ ਸੀਗੇ 47 ਵੇਲੇ। ਉਹਨਾਂ ਨੂੰ ਵੀ ਇਹ ਅਗਾਂਹ ਵਧੂ ਲਿਖਦੇ ਆ, ਪ੍ਰੋਗਰੈਸਿਵ ਲੇਖਕ ਨੇ, ਉਹਨਾਂ ਨੂੰ ਥਾਣੇ ਵਾਲੇ ਫੜ ਕੇ ਪੁਲਿਸ ਸਟੇਸ਼ਨ ਲੈ ਗਏ, ਇਕੱਠੇ ਕਰਕੇ 5-7 ਲੇਖਕਾਂ, ਅਤੇ ਉੱਥੇ ਇੱਕ ਜਿਹੜਾ ਥਾਣੇਦਾਰ ਸੀ ਉਹ ਮੰਜੀ 'ਤੇ ਬੈਠਾ ਹੁੱਕਾ ਪੀ ਜਾਵੇ ਅਤੇ ਕੁੱਲਾ ਉਹਨੇ ਡੌਰੇ ਵਾਲੀ ਪੱਗ ਬੰਨ੍ਹੀ ਹੋਈ ਅਤੇ ਹੁੱਕਾ ਪੀ ਕੇ ਅਤੇ ਧੂੰਆਂ ਛੱਡੀ ਜਾਵੇ। ਉਹ ਸਿਪਾਹੀ ਕਹਿੰਦਾ ਯਾਰ ਫੜ ਲਿਆਂਦੇ। ਉਹ ਕਹਿੰਦਾ ਤੁਸੀਂ ਕੀ ਕਰਦੇ ਹੁੰਦੇ ਹੋ? ਉਹ ਫਿਕਰ ਤਾਂ ਵੀ ਕਹਿਣ ਲੱਗਾ, ਕਹਿੰਦਾ ਜੀ ਅਸੀਂ ਜੀ ਲੇਖਕ ਹਾਂ, ਕੁਛ ਲਿਖਦੇ ਹੁੰਦੇ ਹਾਂ।
ਕਹਿੰਦਾ ਕੰਜਰੋ ਤੁਹਾਨੂੰ ਪਤਾ ਨਹੀਂ ਹੁਣ ਦੇਸ਼ ਆਜ਼ਾਦ ਹੋ ਗਿਆ, ਇਹ ਕੰਮ ਸਰਕਾਰ ਦਾ ਹੁਣ। ਸੋ ਮੇਰਾ ਮਤਲਬ ਇਹ ਹੈ ਵੀ ਸਰਕਾਰਾਂ ਕੋਲੇ ਹੁਣ ਕਿੱਥੇ ਟਾਈਮ ਹੈ ਇਹਨਾਂ ਗੱਲਾਂ ਵਾਸਤੇ। ਇਸ ਕਰਕੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹੋ ਜਿਹੇ ਵਸੀਲੇ ਕੀ ਮਤਲਬ ਘਰ ਘਰ ਲਾਇਬ੍ਰੇਰੀਆਂ ਖੋਲ੍ਹਣ ਦੀ ਲੋੜ ਚਾਹੀਦੀ ਹੈ। ਜਾਂ ਮੈਂ ਉੱਥੇ ਅਮਰੀਕਾ ਗਿਆ ਤੇ ਮੈਂ ਦੇਖਿਆ ਵੀ ਹਰ ਨਿੱਕੇ ਤੋਂ ਨਿੱਕੇ ਕਸਬੇ ਦੀ ਇੱਕ ਲਾਇਬ੍ਰੇਰੀ ਸੀ। ਉੱਥੇ ਤੁਹਾਨੂੰ ਕੈਸਟਾਂ, DVD ਹੋਰ ਜੋ ਵੀ ਮੈਟਰ ਤੁਹਾਨੂੰ ਦੇ ਸਕਦੇ ਆ। ਜਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਫਲਾਣੀ ਕੈਸਟ ਜਾਂ ਫਲਾਣੀ ਫਿਲਮ ਸਾਨੂੰ ਮੰਗਵਾ ਦਿਓ ਜੀ, ਉਹ ਤੁਹਾਨੂੰ ਮੰਗਵਾ ਵੀ ਦਿੰਦੇ ਸੀ, ਕਿਤਾਬ ਵੀ ਮੰਗਵਾ ਦਿੰਦੇ ਸੀ। ਤਾਂ ਮੇਰਾ ਮਤਲਬ ਹਰ ਕਸਬੇ ਛੋਟੀ ਛੋਟੀ ਲਾਇਬ੍ਰੇਰੀ, ਜੇ ਸਾਹਿਤ ਸਭਾਵਾਂ ਨੇ ਸਾਹਿਤ ਸਭਾਵਾਂ ਵੀ ਘੱਟੋ ਘੱਟ ਜਿਹੜਾ ਉਹਨਾਂ ਦਾ ਲੇਖਕ ਹੈ ਉਹਦੀ ਜੇ ਕੋਈ ਕਿਤਾਬ ਛਪਦੀ ਹੈ ਘੱਟੋ ਘੱਟ ਉਹ 'ਤੇ ਹੀ ਇੱਕ ਕਾਪੀ ਖਰੀਦ ਲੈਣ। ਹਾਂਜੀ ਹਾਂਜੀ। ਸੋ ਇਸ ਤਰ੍ਹਾਂ ਕਰਕੇ ਪ੍ਰਚਾਰ ਕੀਤਾ ਜਾ ਸਕਦਾ। ਇੱਕ ਗੱਲ ਗਰਗ ਸਾਹਿਬ ਮੈਂ ਹੋਰ ਸਾਂਝੀ ਕਰਾਂਗਾ ਅੰਤ ਵਿੱਚ ਤੁਹਾਡੇ ਨਾਲ ਕਿ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ, ਬੜੇ ਵੱਡੇ ਪੱਧਰ 'ਤੇ ਲੇਖਕ ਖਿਲਰੇ ਹੋਏ ਨੇ ਸਾਰੇ ਮੁਲਕਾਂ ਦੇ ਵਿੱਚ। ਉਹ ਇੱਧਰ ਜਦੋਂ ਆਉਂਦੇ ਨੇ ਉਹਨਾਂ ਦਾ ਬੜਾ ਟੌਰ ਟੱਪਾ ਵੀ ਹੁੰਦਾ ਹੈ। ਔਰ ਜੇ ਉਹਨਾਂ ਨੂੰ ਕਹਿ ਦਈਏ ਕਿ ਗੁਰਦੁਆਰੇ 'ਤੇ ਪੱਥਰ ਲਾਉਣਾ ਤੇ ਉਹ ਲੱਖਾਂ ਰੁਪਈਆ ਲਾ ਦਿੰਦੇ, ਮੰਦਿਰ 'ਤੇ ਲਾਉਣਾ ਲੱਖਾਂ ਰੁਪਈਏ ਲਾ ਦਿੰਦੇ ਆ। ਹੁਣ ਨਵਾਂ ਰਿਵਾਜ ਚੱਲ ਪਿਆ, ਬਾਹਰਲੇ ਆ ਕੇ ਆਪਣੇ ਨਾਂ ਦਾ ਗੇਟ ਬਣਾਉਂਦੇ ਆ, ਗੇਟ ਬਣਾਉਂਦੇ ਨੇ। ਚਲੋ ਗੇਟਾਂ ਦਾ ਤਾਂ ਇਸ ਤੋਂ ਵੀ ਪਹਿਲਾਂ ਦਾ ਰਿਵਾਜ ਆ, ਬਹੁਤ ਪੁਰਾਣਾ ਰਿਵਾਜ ਹੈ। ਤੇ ਅੱਜ ਤੱਕ ਮੈਂ ਇਹ ਨਹੀਂ ਵੇਖਿਆ ਵੀ ਕਿਸੇ ਬਾਹਰਲੇ ਲੇਖਕ ਨੇ ਆ ਕੇ ਆਪਣੇ ਇਲਾਕੇ ਵਿੱਚ ਕਿਸੇ ਸਾਹਿਤ ਸਭਾ ਲਈ ਕੋਈ ਦਫ਼ਤਰ ਬਣਾਇਆ ਹੋਵੇ। ਕੀ ਖਿਆਲ ਹੈ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਉਹ ਬਾਹਰਲੇ ਲੇਖਕ ਜਿਹੜੇ ਆ ਉਹ ਆਪਣੇ ਆਪਣੇ ਇਲਾਕੇ ਵਿੱਚ ਲਾਇਬ੍ਰੇਰੀਆਂ। ਮੈਂ ਤੇ ਇਹ ਕਹਿਣਾ ਹੁੰਦਾ ਵੀ ਲੋਕਾਂ ਨੇ ਬਾਹਰ ਜਾ ਕੇ ਬਹੁਤ ਮਿਹਨਤਾਂ ਨਾਲ ਪੈਸੇ ਕਮਾ ਲਏ, ਉੱਥੇ ਧਨਾੜ ਹੋ ਗਏ ਲੋਕ ਬਹੁਤ। ਸਾਡੇ ਪੰਜਾਬੀ ਤਾਂ ਤੁਸੀਂ ਜੇ ਕੋ ਕੈਨੇਡਾ ਜਾਓ, ਤੁਹਾਨੂੰ ਪਿੰਡਾਂ ਦੇ ਪਿੰਡ, ਇਲਾਕੇ ਦੇ ਇਲਾਕੇ, ਵੱਡੀਆਂ ਬਿਲਡਿੰਗਾਂ ਦੇ ਬਿਲਡਿੰਗਾਂ ਤੁਹਾਨੂੰ ਪੰਜਾਬੀਆਂ ਦੇ ਨਜ਼ਰ ਆਉਣਗੀਆਂ। ਹਾਂਜੀ। ਮੈਂ ਇੱਥੇ ਵੈਨਕੂਵਰ ਗਿਆ ਇੱਕ ਵਾਰੀ, ਤੇ ਉਹ ਮੈਨੂੰ ਜਿਹੜਾ ਮੇਰਾ ਦੋਸਤ ਹੈ ਉਹ ਦਰਸ਼ਨ ਗਿੱਲ, ਉਹਦੀ ਡੈਥ ਹੋ ਗਈ ਪਿੱਛੇ, ਉਹ ਮੈਨੂੰ ਲੈ ਕੇ ਗਿਆ ਤੇ ਉਹ ਐਂ ਬੈਠਾ ਆਈ ਉਂਗਲਾ ਹੱਥ ਕਰੀ ਗਿਆ, ਗਰਗ ਆਪਣੇ ਆਪਣੇ ਭਾਈ ਬੰਦ ਰਹਿੰਦੇ ਆ ਸਾਰੇ, ਆਪਣੇ ਭਾਈ ਬੰਦ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੀਆਂ ਵੱਡੀਆਂ ਇਮਾਰਤਾਂ। ਹੁਣ ਉਹ ਜਦੋਂ ਇੱਥੇ ਆਉਂਦੇ ਆ, ਜੇ ਮੈਨੂੰ ਕਿਤੇ ਬੋਲਣ ਦਾ ਮੌਕਾ ਮਿਲੇ ਉਹਨਾਂ ਦੇ ਵਿੱਚ ਜਾ ਕੇ, ਤਾਂ ਮੈਂ ਇਹੀ ਕਹਿਣਾ ਹੁੰਦਾ ਵੀ ਹਰ ਪੰਜਾਬੀ ਨੂੰ ਜਿਹੜਾ ਬਾਹਰ ਗਿਆ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਪਿੰਡ ਨੂੰ ਗੋਦ ਲੈ ਲਵੇ। ਜਿਹੜੇ ਪਿੰਡ 'ਚ ਉਹ ਜੰਮਿਆ ਪਲਿਆ, ਜਿਹੜੇ ਪਿੰਡ 'ਚ ਉਹ ਗਿਆ, ਜਿਹੜੇ ਪਿੰਡ 'ਚ ਉਹ ਗੁਰਬਤ ਚੱਲ ਕੇ ਗਿਆ, ਉਸ ਪਿੰਡ ਨੂੰ ਹੀ ਗੋਦ ਲੈ ਲਵੇ ਔਰ ਉਹਦੇ ਵਿਕਾਸ ਲਈ ਛੋਟੀ ਮੋਟੀ ਕਮੇਟੀ ਬਣਾ ਕੇ, ਪੰਚਾਇਤ ਦੀ ਬਣਾ ਕੇ, 2-4 ਹੋਰ ਸਰਗਰਮ ਬੰਦਿਆਂ ਦੀ ਕਮੇਟੀ ਬਣਾ ਕੇ ਉਹਦੇ 'ਤੇ ਪੈਸੇ ਖਰਚ ਕਰੇ ਔਰ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਦੀ ਕੋਸ਼ਿਸ਼ ਕਰੇ। ਉਹਦੇ ਵਿੱਚ ਲਾਇਬ੍ਰੇਰੀ ਵੀ ਆ ਜਾਊਗੀ, ਉਹਦੇ ਵਿੱਚ ਡਿਸਪੈਂਸਰੀ ਵੀ ਆ ਜਾਊਗੀ, ਉਹ 'ਚ ਪੋਸਟ ਹਾਊਸ ਵੀ ਆ ਜਾਊਗਾ, ਉਹਦੇ 'ਚ ਸਕੂਲ ਦੀ ਚੰਗੀ ਬਣਤਰ ਵੀ ਆ ਜਾਊਗੀ। ਸੋ ਇਸ ਤਰ੍ਹਾਂ ਦਾ ਕੰਮ ਜੇ ਬਾਹਰਲੇ ਲੋਕ ਕਰ ਸਕਦੇ ਆ, ਜਿਹੜਾ ਪੈਸਾ ਹੁਣ ਅਸੀਂ ਜਾਪਾਨ ਤੋਂ ਮੋਦੀ ਸਾਹਿਬ ਮੰਗਦੇ ਫਿਰਦੇ ਆ, ਚੀਨ ਤੋਂ ਮੰਗਦੇ ਫਿਰਦੇ ਆ, ਉਹ ਅਸੀਂ ਆਪਣੇ ਪੰਜਾਬੀਆਂ ਕੋਲੋਂ ਕਿਉਂ ਨਾ ਮੰਗੀਏ? ਮੰਗ ਸਕਦੇ ਹਾਂ ਔਰ ਮਿਲ ਵੀ ਸਕਦਾ। ਔਰ ਉਹ ਇੱਕ ਇੱਕ ਪਿੰਡ ਨੂੰ ਗੋਦ ਲੈਣ, ਪਿੰਡ ਦੇ ਵਿਕਾਸ ਲਈ ਕੰਮ ਕਰਨ, ਤੇ ਸਾਡਾ ਪੰਜਾਬ ਜਿਹੜਾ ਹੈਗਾ ਨਮੂਨੇ ਦਾ ਪਿੰਡ ਬਣਦਾ। ਹੁੰਦਾ ਕੀ ਹੈ ਇਸ ਦੇ ਉਲਟ ਹੁੰਦਾ ਕਿ ਉਹ ਪੈਸੇ ਭੇਜੀ ਜਾਂਦੇ ਆ, ਘਰ ਦੇ ਨਿਆਣੇ ਮੋਟਰਸਾਈਕਲ ਲੈ ਕੇ ਸ਼ਹਿਰਾਂ ਦੇ ਘੁੰਮੀ ਜਾਂਦੇ ਆ, ਗੇੜੇ ਕੱਢੀ ਜਾਂਦੇ ਆ। ਬਹੁਤ ਵਧੀਆ ਗਰਗ ਸਾਹਿਬ, ਖਾਈ ਜਾਂਦੇ ਆ, ਹੋਰ ਤੇ ਕੋਈ। ਤੁਸੀਂ ਆਪਣਾ ਬੜਾ ਕੀਮਤੀ ਸਮਾਂ ਦਿੱਤਾ ਸਾਨੂੰ, ਸਾਡੇ ਦਰਸ਼ਕਾਂ ਨੂੰ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਜੀ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਕੁਝ ਬੋਲਣ ਦਾ ਮੌਕਾ ਦਿੱਤਾ।